ਵਾਹਿਗੁਰੂ ਸਾਹਿਬ ਜੀ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਸ੍ਰੀ ਨਾਨਕ ਅੰਗਦ ਗੁਰੂ ਅਮਰਦਾਸ ਪਦ ਬੰਦ। ਰਾਮਦਾਸ ਅਰਜਨ ਗੁਰੂ ਬਰ ਸ੍ਰੀ ਹਰਿ ਗੋਬਿੰਦ। ਹਰੀ ਰਾਏ ਹਰਿ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ। ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰਬਿੰਦ। ਜਿਸਮਹਿ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਵੈਰਾਗ। ਸ੍ਰੀ ਗੁਰੂ ਗ੍ਰੰਥ ਸਾਹਿਬ ਉद्धਤ ਬੰਦੋ ਕਰ ਅਨੁਰਾਗ। ਸ੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਵਿਕਾਰ। ਤਿਨ ਸੰਤਨ ਕੋ ਬੰਦਨਾ ਸਿਰ ਚਰਨਨ ਪਰ ਧਾਰ। ਏਕ ਓੰਕਾਰਾ ਸਤਿਗੁਰੂ ਤੇ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਬਿਘਨ ਬਿਨਾਸਨ ਸੋਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗਰੀਬ ਨਵਾਜ ਚਵਰ ਤਖ਼ਤ ਦੇ ਮਾਲਕ ਜੁਗੋ ਜੁਗ ਅਟਲ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਗੁਰੂ ਸਾਹਿਬ ਜੀ ਦੀ ਕਿਰਪਾ ਬਖਸ਼ਿਸ਼ ਹੋਈ ਹੈ ਜੋ ਸ਼ਾਮ ਦੇ ਸਮੇਂ ਦੀਆਂ ਸਤਸੰਗ ਘੜੀਆਂ ਪ੍ਰਾਪਤ ਹੋਈਆਂ ਹਨ। ਇਤਿਹਾਸ ਦੀ ਕਥਾ ਦਾ ਸਮਾਂ ਹੈ। ਪੰਥ ਰਤਨ ਗਿਆਨੀ ਗਿਆਨ ਸਿੰਘ ਜੀ ਉਹਨਾਂ ਦੁਆਰਾ ਰਚਿਤ ਤਵਾਰੀਖ ਗੁਰੂ ਖਾਲਸਾ ਗ੍ਰੰਥ ਦੀ ਕਥਾ ਚੱਲ ਰਹੀ ਹੈ। ਵਾਰਤਕ ਤੇ ਸੰਖੇਪੇ ਸਾਖੀਆਂ ਹਨ। ਤੀਜਾ ਭਾਗ ਰਾਜ ਖਾਲਸਾ, ਜਿਹਦੇ ਵਿੱਚ ਆਪਾਂ ਮਹਾਰਾਜੇ ਰਣਜੀਤ ਸਿੰਘ ਦਾ ਰਾਜ ਕਿਵੇਂ ਵਧਿਆ ਤੇ ਕਿਵੇਂ ਸਿੱਖ ਰਾਜ ਤੇ ਬਿਪਤਾ ਪਈ। ਮਹਾਰਾਣੀ ਜਿੰਦ ਕੌਰ ਸ਼ੇਖੂਪੁਰੇ ਦੇ ਕਿਲੇ 'ਚ ਜੇਲ੍ਹ 'ਚ ਕੈਦ ਕਰ ਦਿੱਤੀ ਗਈ। ਇੱਥੋਂ ਜਲਾਵਤਨੀ ਕਰਕੇ ਬਨਾਰਸ ਦੇ ਕਿਲੇ ਵਿੱਚ ਕੈਦ ਕਰਤਾ। ਕਿਸ ਤਰ੍ਹਾਂ ਮਹਾਰਾਣੀ ਜਿੰਦ ਕੌਰ ਦੀ ਬੜੇ ਅਪੱਧਰ ਤਰੀਕੇ ਨਾਲ ਤਲਾਸ਼ੀ ਤੱਕ ਲਈ ਗਈ ਔਰ ਬਹੁਤ ਬੇਇੱਜ਼ਤ ਕੀਤਾ। ਕਿਸੇ ਨਾਲ ਗੱਲਬਾਤ ਕਰਨੋਂ ਬੰਦ ਕਰ ਦਿੱਤੀ। ਇਧਰ ਹੁਣ ਸਰਦਾਰ ਚਤਰ ਸਿੰਘ ਜਿਹੜਾ ਕਿ ਹਜ਼ਾਰੇ ਵਾਲਾ, ਹੁਣ ਉਹਦੇ ਦੁਆਲੇ ਨਾਲ ਦੀ ਨਾਲ ਕੁਝ ਸਿੱਖ ਇਕੱਠੇ ਹੋਏ ਨੇ। ਉਹਦਾ ਲੜਕਾ ਜਿਹੜਾ ਹੈ ਉਸ ਇਧਰ ਖਾਲਸਾ ਫੌਜਾਂ ਦਾ ਮੁਖੀ ਹੈ ਤੇ ਅੰਗਰੇਜ਼ ਕਿਵੇਂ ਝੂਠੀਆਂ ਤੁਹਮਤਾਂ ਲਾ ਕਰਕੇ ਇਹਨਾਂ ਦੇ ਉੱਤੇ ਇਲਜ਼ਾਮ ਥਾਪੀ ਕਰਦੇ ਨੇ। ਇੱਥੋਂ ਤੱਕ ਕਿ ਸ਼ੇਰ ਸਿੰਘ ਨੇ ਬਹੁਤ ਕੋਸ਼ਿਸ਼ ਵੀ ਕੀਤੀ ਆਪਣੇ ਅਹੁਦੇ ਨੂੰ ਇਮਾਨਦਾਰੀ ਨਾਲ ਨਿਭਾਉਣ ਦੀ, ਪਰ ਫਿਰ ਵੀ ਇਹੋ ਜਿਹੀਆਂ ਚਿੱਠੀਆਂ ਲਿਖ ਲਿਖ ਕੇ, ਭਾਵੇਂ ਕਿ ਉਹਨਾਂ ਨੂੰ ਪਤਾ ਸੀ ਅੰਗਰੇਜ਼ਾਂ ਨੂੰ ਕਿ ਸ਼ੇਰ ਸਿੰਘ ਸੱਚਾ ਹੈ, ਫਿਰ ਵੀ ਇਹਨਾਂ ਨੂੰ ਜਿਹੜਾ ਹੈ ਕਿਸੇ ਨਾ ਕਿਸੇ ਤਰੀਕੇ ਨਾਲ ਜਲੀਲ ਕੀਤਾ ਜਾਂਦਾ ਰਿਹਾ। ਫਿਰ ਇਸੇ ਤਰ੍ਹਾਂ ਜਦੋਂ 10 ਸਤੰਬਰ ਦੀ ਚਿੱਠੀ ਦੇ ਵਿੱਚ ਐਡਵਰਡਸ ਅੰਗਰੇਜ਼ ਅਫੀਸਰ ਉਹਨੇ ਸਰਦਾਰ ਸ਼ੇਰ ਸਿੰਘ ਦੀ ਬੜੀ ਪ੍ਰਸ਼ੰਸਾ ਕਰਦੇ ਹੋਏ ਲਿਖਿਆ ਕਿ ਜੇ ਕਦੀ ਕੋਈ ਆਦਮੀ ਅੰਗਰੇਜ਼ਾਂ ਨੂੰ ਜ਼ੁਬਾਨ ਨਾਲ ਵੀ ਬੁਰਾ ਕਹਿਣ ਲੱਗਦਾ ਹੈ ਤਦ ਵੀ ਸ਼ੇਰ ਸਿੰਘ ਉਹਨੂੰ ਦਬਾਉਣ ਵਾਸਤੇ ਤਿਆਰ ਹੋ ਜਾਂਦਾ ਹੈ। ਕੁਝ ਇਹਦੇ ਹੱਕ ਵਿੱਚ ਵੀ ਸਨ ਜਿਹੜੇ ਇਹਨੂੰ ਚੰਗਾ ਦੱਸਦੇ ਸੀ। 4 ਸਤੰਬਰ ਨੂੰ ਘੇਰੇ ਦੇ ਵਾਸਤੇ
33 ਤੋਪਾਂ ਵੱਡੀਆਂ ਤੇ 380 ਗੱਡੀਆਂ ਬਰੂਦ ਦੇ ਗੋਲੇ ਦੀਆਂ, 3500 ਊਠ ਲੱਦੇ ਹੋਏ ਲੜਾਈ ਦੇ ਸਮਾਨ ਦੇ ਮੁਲਤਾਨ ਕੈਂਪ ਦੇ ਵਿੱਚ ਪਹੁੰਚੇ ਤੋਂ ਪਹਿਲਾਂ ਕਰਾਚੀ ਆਦਿਕ ਸਥਾਨਾਂ ਤੋਂ ਚੱਲ ਕੇ 12,000 ਫੌਜ ਪੁੱਜ ਚੁੱਕੀ ਸੀ। ਹੁਣ 6 ਸਤੰਬਰ ਨੂੰ ਮੁਲਤਾਨ ਨੂੰ ਫਤਿਹ ਕਰਨ ਦੀ ਨੀਅਤ ਤੋਂ ਜਦੋਂ ਸਰਕਾਰੀ ਫੌਜ ਨੇ ਤੋਪਖਾਨੇ ਦੇ ਸਮੇਤ ਲਾਗੇ ਦੇ ਇੱਕ ਪਿੰਡ ਤੋਂ, ਜਿੱਥੇ ਮੂਲ ਰਾਜ ਉਤਰਿਆ ਹੋਇਆ ਸੀ, ਹਮਲਾ ਕੀਤਾ ਤਾਂ ਥੋੜੀ ਜਿਹੀ ਲੜਾਈ ਮਗਰੋਂ ਇਹ ਫੌਜ ਦੇ ਨਾਲ ਇੱਕ ਬਾਗ ਵਿੱਚ ਜਾ ਠਹਿਰੀ, ਜਿੱਥੋਂ ਫਿਰ 8 ਪਹਿਰ ਲਗਾਤਾਰ ਗੋਲੇ ਚੱਲਦੇ ਰਹੇ, ਜਿੱਥੋਂ ਅੰਗਰੇਜ਼ੀ ਸਿਪਾਹ ਨੂੰ ਬਹੁਤ ਨੁਕਸਾਨ ਪਹੁੰਚਿਆ। ਫਿਰ ਅੰਗਰੇਜ਼ੀ ਫੌਜ ਨੇ ਹਮਲਾ ਕੀਤਾ। 2 ਘੰਟੇ ਸਖਤ ਲੜਾਈ ਹੋਈ, ਜਿਹਨੂੰ ਵੇਖ ਕੇ ਵੱਡੇ ਵੱਡੇ ਅਫਸਰ ਦੰਗ ਸੀ। ਸਿੰਧ ਦੇ ਗਵਰਨਰ ਨੇਪਰ ਸਾਹਿਬ ਨੇ ਲਿਖਿਆ ਕਿ ਸਿੱਖ ਇੰਨੀ ਬਹਾਦਰੀ ਨਾਲ ਲੜੇ ਕਿ ਅੱਗੇ ਕਦੇ ਵੀ ਨਹੀਂ ਲੜੇ ਸੀ, ਨਾ ਕਦੀ ਇੰਨੀ ਤੇਜ਼ੀ ਨਾਲ ਇਹਨਾਂ ਦੀਆਂ ਤੋਪਾਂ ਹੀ ਚੱਲੀਆਂ ਸਨ। ਇਸ ਲੜਾਈ ਵਿੱਚ ਬਹੁਤ ਸਾਰੇ ਅੰਗਰੇਜ਼ ਅਫਸਰ ਮਾਰੇ ਗਏ, ਜਿੱਥੋਂ ਅੰਗਰੇਜ਼ੀ ਫੌਜ ਨੂੰ ਪਿੱਛੇ ਹਟਣਾ ਪਿਆ। ਇਹ ਬਦਲਾ 9 ਸਤੰਬਰ ਨੂੰ ਸ਼ੇਰ ਸਿੰਘ ਦੀ ਫੌਜ ਨੇ ਹਮਲਾ ਕਰਕੇ ਲਿਆ। ਫਿਰ 12 ਸਤੰਬਰ ਨੂੰ ਸ਼ੇਰ ਸਿੰਘ ਨੂੰ ਖਬਰ ਮਿਲੀ ਕਿ ਉਹਦੇ ਪਿਤਾ ਸਰਦਾਰ ਚਤਰ ਸਿੰਘ ਦੀ ਅੰਗਰੇਜ਼ਾਂ ਨੇ ਬੜੀ ਬੇਪਤੀ ਕੀਤੀ ਆ, ਜਿਸ ਤੋਂ ਫਿਰ ਉਹ ਉਛਲਿਆ ਤਾਂ ਨਹੀਂ ਪਰ ਸੋਚਾਂ ਵਿੱਚ ਪੈ ਗਿਆ ਤੇ ਮੇਜਰ ਐਡਵਰਡਸ ਸਾਹਿਬ ਦੇ ਕੋਲ ਜਾ ਕੇ ਐਬਟ ਸਾਹਿਬ ਦੀ ਸਖਤੀ ਤੇ ਰੈਜੀਡੈਂਟ ਦੀ ਵਧੀਕੀ ਦੀ ਸ਼ਿਕਾਇਤ ਕੀਤੀ। 13 ਸਤੰਬਰ ਨੂੰ ਸਰਦਾਰ ਚਤਰ ਸਿੰਘ ਦੀ ਜਾਗੀਰ ਤੇ ਅਹੁਦਾ ਖੁੱਸਣ ਦੀ ਖਬਰ ਸੁਣੀ ਤਾਂ ਇੱਕਦਮ ਅੰਗਰੇਜ਼ਾਂ ਵੱਲੋਂ ਜੋ ਵਧੀਕੀਆਂ ਹੋਈਆਂ ਸੀ ਇੱਕ ਇੱਕ ਕਰਕੇ ਉਹਦੀਆਂ ਅੱਖਾਂ ਦੇ ਸਾਹਮਣੇ ਆ ਗਈਆਂ। ਸਿੱਖਾਂ ਦੇ ਮੁਲਕ ਤੇ ਧੱਕੇ ਨਾਲ ਕਬਜ਼ਾ ਕਰਨਾ, ਜਿੰਦਾ ਰਾਣੀ ਮਹਾਰਾਣੀ ਜਿੰਦ ਕੌਰ ਦੀ ਜਲਾਵਤਨੀ ਔਰ ਕਈ ਸਿੱਖ ਸਰਦਾਰਾਂ ਦਾ ਬਿਨਾਂ ਅਪਰਾਧ ਹਿੰਦੁਸਤਾਨ ਭੇਜਿਆ ਜਾਣਾ। ਫਿਰ ਇਸ ਸ਼ੇਰ ਸਿੰਘ ਦੀ ਭੈਣ ਸਰਦਾਰ ਚਤਰ ਸਿੰਘ ਦੀ ਲੜਕੀ, ਜਿਹਦਾ ਵਿਵਾਹ ਮਹਾਰਾਜੇ ਦਲੀਪ ਸਿੰਘ ਨਾਲ ਹੋਣਾ ਨੀਅਤ ਹੋਇਆ ਸੀ, ਇਸ ਸ਼ੇਰ ਸਿੰਘ ਦੀ ਭੈਣ ਦੇ ਵਿਆਹ ਦੀ ਰੁਕਾਵਟ ਪਾਉਣੀ। ਐਸੀਆਂ ਗੱਲਾਂ ਉਹਨੂੰ ਉਠੂਆਂ ਵਾਂਗੂ ਡੰਗਣ ਲੱਗੀਆਂ। ਹੁਣ ਤੱਕ ਜੋ ਤਲਵਾਰ ਉਹਨੇ ਅੰਗਰੇਜ਼ਾਂ ਦੀ ਮਦਦ ਵਾਸਤੇ ਚੁੱਕੀ ਸੀ, ਇਹਨਾਂ ਦੀ ਜੜ ਉਖੇਟਣ ਵਾਸਤੇ ਹੁਣ ਸੈਟਲ ਹੋਣ ਲੱਗੀ। ਜਿਸ ਮੂਲ ਰਾਜ ਦੇ ਵਕੀਲ ਨੂੰ ਬੇਪਤ ਕੀਤਾ ਤੇ ਸੁਜਾਨ ਸਿੰਘ ਨੂੰ ਮਾਰਿਆ, ਹੁਣ ਉਸੇ ਦਾ ਪੱਖ ਲੈਣਾ ਪਿਆ। ਐਡਵਰਡਸ ਸਾਹਿਬ ਨੇ ਲਿਖਿਆ ਕਿ ਸਰਦਾਰ ਸ਼ੇਰ ਸਿੰਘ ਜਿੰਨੀ ਬਹਾਦਰੀ ਨਾਲ ਮੁਲਤਾਨ ਆਦਿਕ ਇਲਾਕਾ ਫਤਿਹ ਕਰਨ ਲਈ ਤਿਆਰ ਸੀ, ਉਨਾ ਹੀ ਆਪਣੇ ਪਿਤਾ ਚਤਰ ਸਿੰਘ ਦੀ ਇੱਜ਼ਤ ਦਾ ਵੀ ਹਰ ਵੇਲੇ ਖਿਆਲ ਰੱਖਦਾ ਸੀ। ਰੈਜੀਡੈਂਟ ਦੀ ਬੇਇਨਸਾਫੀ ਤੇ ਬੇਰਹਿਮੀ ਦੀ ਗੱਲ ਸੁਣ ਕੇ ਉਸ ਦਾ ਬਹਾਦਰ ਦਿਲ ਅੰਗਰੇਜ਼ਾਂ ਦਾ ਓਨਾ ਹੀ ਦੁਸ਼ਮਣ ਹੋ ਗਿਆ ਤੇ ਉਸ ਨੇ ਆਪਣੇ ਭਰਾ ਗੁਲਾਬ ਸਿੰਘ ਨੂੰ, ਜਿਹੜਾ ਉਸ ਵੇਲੇ ਲਾਹੌਰ ਸੀ, ਚਿੱਠੀ ਲਿਖੀ ਕਿ ਸਿੰਘ ਸਾਹਿਬ ਦੀਆਂ, ਭਾਵ ਆਪਣੇ ਪਿਤਾ ਨੂੰ ਇਹ ਸਿੰਘ ਸਾਹਿਬ ਕਹਿ ਕੇ ਬੁਲਾਉਂਦੇ ਸਨ। ਇਹ ਚਿੱਠੀਆਂ ਤੋਂ ਪਤਾ ਲੱਗਦਾ ਕਿ ਭਾਵੇਂ ਉਹਨਾਂ ਨੇ ਐਬਟ ਸਾਹਿਬ ਦੇ ਹੁਕਮ ਤੋਂ ਜਾਨ ਦਿਲ ਤੋਂ ਯਤਨ ਕੀਤਾ, ਪਰ ਕਦੇ ਕਿਸੇ ਤਰ੍ਹਾਂ ਦਾ ਫਰਕ ਨਹੀਂ ਪਾਇਆ। ਉਹਦੇ ਨਾਲ ਸੁਲਾਹ ਸਫਾਈ ਰੱਖੀ, ਕਿੰਤੂ ਫਿਰ ਵੀ ਇਸ ਸੁਭਾਵਕ ਦਵੇਖੀ ਗੁਸੈਲਾ ਕਾਲੇ ਦਿਲ ਵਾਲੇ ਬੇਇਨਸਾਫ ਅੰਗਰੇਜ਼ ਨੇ ਹਜ਼ਾਰੇ ਦੇ ਮੁਸਲਮਾਨਾਂ ਨਾਲ ਮਿਲ ਕੇ ਆਪਣੇ ਪਿਤਾ ਨੂੰ, ਭਾਵ ਸ਼ੇਰ ਸਿੰਘ ਆਪਣੇ ਭਾਈ ਗੁਲਾਬ ਸਿੰਘ ਨੂੰ ਲਿਖਦਾ ਹੈ, ਬੇਹੱਦ ਕਸ਼ਟ ਪੜਾਏ। ਇਹਦੇ ਤੇ ਵੀ ਰੈਜੀਡੈਂਟ ਲਾਹੌਰ ਨੇ ਕਪਤਾਨ ਐਬਟ ਨੂੰ ਸ਼ਰਾਰਤੀ ਤੇ ਸਿੰਘ ਸਾਹਿਬ ਨੂੰ ਬੇਕਸੂਰ ਤੇ ਸਾਫ਼ ਦਿਲ ਮੰਨਦੇ ਹੋਏ ਆਪਣੇ ਦੇਸ਼ ਦੇ ਭਰਾ ਦਾ ਧੜਾ ਕੀਤਾ। ਨਾਲੇ ਉਹ ਮੰਨ ਗਿਆ, ਜਿਹੜਾ ਰੈਜੀਡੈਂਟ ਸੀ ਲਾਹੌਰ, ਕਿ ਸਰਦਾਰ ਚਤਰ ਸਿੰਘ ਸੱਚਾ ਹੈ ਤੇ ਕਪਤਾਨ ਐਬਟ ਝੂਠਾ ਹੈ, ਪਰ ਫਿਰ ਵੀ ਉਹਨੇ ਆਪਣੇ ਅੰਗਰੇਜ਼ ਭਾਈ ਦੀ ਮਦਦ ਕੀਤੀ। ਸਿੰਘ ਸਾਹਿਬ ਦੀ ਜਗੀਰ ਤੇ ਇੱਜ਼ਤ ਲੈਣ ਤੇ ਹੀ ਸਬਰ ਨਹੀਂ ਕੀਤਾ, ਸਗੋਂ ਉਹਨਾਂ ਨੂੰ ਸਖਤ ਸਜ਼ਾ ਦਿੱਤੀ ਜਾਣ ਦਾ ਹੁਕਮ ਦਿੱਤਾ ਹੈ। ਹੁਣ ਉਹਨਾਂ ਨੇ ਆਪਣੇ ਦੋਸਤ ਦੀ ਸਲਾਹ ਮੰਨ ਕੇ ਸ਼ਹੀਦ ਹੋਣ ਦੇ ਵਾਸਤੇ ਤਿਆਰੀ ਕਰ ਲਈ ਹੈ। ਜਿਹੜੇ ਲੋਕ ਅੰਗਰੇਜ਼ਾਂ ਦੇ ਧੱਕੇ ਤੇ ਜ਼ੁਲਮ ਤੋਂ ਤੰਗ ਸਨ, ਉਹ ਉਹਨਾਂ ਦੇ ਸਾਥੀ ਬਣ ਗਏ ਨੇ। ਇਹ ਕਿਹਾ ਸ਼ੇਰ ਸਿੰਘ ਨੇ ਆਪਣੇ ਭਰਾ ਗੁਲਾਬ ਸਿੰਘ ਨੂੰ ਕਿ ਹੁਣ ਆਪਾਂ ਨੂੰ ਪਿਤਾ ਦਾ ਹੁਕਮ ਮੰਨਣਾ ਫਰਜ਼ ਜਾਣ ਕੇ ਮੈਂ ਉਧਰ ਨੂੰ ਜਾਂਦਾ
ਜਿਉਂਦੇ ਰਹੇ ਤੇ ਫਿਰ ਮਿਲਾਂਗੇ, ਨਹੀਂ ਤਾਂ ਸਾਡੀ ਤੇ ਤੁਹਾਡੀ ਆਖਰੀ ਫਤਿਹ ਹੈ। ਤੁਹਾਡਾ ਦਿਲ ਚਾਹੇ ਤਦ ਸਿੰਘ ਸਾਹਿਬ ਦੇ ਚਰਨਾਂ ਵਿੱਚ ਹਾਜ਼ਰ ਹੋ ਜਾਇਓ, ਉਹਨਾਂ ਨਾਲ ਸਹਾਇਤਾ ਤੇ ਸੇਵਾ ਦਾ ਫਰਜ਼ ਅਦਾ ਕਰੋ, ਨਹੀਂ ਤਾਂ ਲਾਹੌਰ ਛੱਡ ਕੇ ਜੰਮੂ ਆਦਿਕ ਕਿਸੇ ਹੋਰ ਜਗ੍ਹਾ ਤੇ ਜ਼ਰੂਰ ਚਲੇ ਜਾਣਾ। ਦੂਜੇ ਖੱਤ ਦੀ ਉਡੀਕ ਉੱਕਾ ਨਹੀਂ ਕਰਨੀ। 15 ਸਤੰਬਰ ਨੂੰ ਰਾਜਾ ਸ਼ੇਰ ਸਿੰਘ, ਇਹ ਰਾਜੇ ਦਾ ਖਿਤਾਬ ਮਿਲਿਆ ਸੀ, ਇਹ ਜਾਣਨਾ ਇੱਕ ਮਹਾਰਾਜੇ ਰਣਜੀਤ ਸਿੰਘ ਦਾ ਪੁੱਤਰ ਵੀ ਸ਼ੇਰ ਸਿੰਘ ਹੋਇਆ। ਇਹ ਹਜ਼ਾਰੇ ਵਾਲੇ ਚਤਰ ਸਿੰਘ ਦਾ ਲੜਕਾ ਸ਼ੇਰ ਸਿੰਘ, ਜਿਸ ਚਤਰ ਸਿੰਘ ਦੀ ਲੜਕੀ ਦਾ ਵਿਵਾਹ ਮਹਾਰਾਜੇ ਦਲੀਪ ਸਿੰਘ ਨਾਲ ਨੀਯਤ ਹੋਇਆ ਸੀ, ਅਜੇ ਹੋਇਆ ਨਹੀਂ ਸੀ। ਇਹ ਸ਼ੇਰ ਸਿੰਘ ਗੁਲਾਬ ਸਿੰਘ ਦੋਨੇ ਭਾਈ ਸਨ। ਇੱਕ ਗੁਲਾਬ ਸਿੰਘ ਡੋਗਰਾ ਵੀ ਆਉਂਦਾ, ਇਸ ਕਰਕੇ ਨਾਂ ਬਹੁਤ ਰਲ ਜਾਂਦੇ ਆ। ਤਾਂ ਕਰਕੇ ਜਦੋਂ ਇਤਿਹਾਸ ਆਪਾਂ ਸੁਣਦੇ ਆ ਤਾਂ ਬੜੇ ਗੌਰ ਨਾਲ ਇਹਨਾਂ ਨਾਵਾਂ ਦਾ ਧਿਆਨ ਰੱਖਣਾ ਪੈਂਦਾ ਹੈ। ਤੋਂ 15 ਸਤੰਬਰ ਨੂੰ ਇਸ ਰਾਜੇ ਸ਼ੇਰ ਸਿੰਘ ਆਪਣੀ ਫੌਜ ਸਮੇਤ ਹੁਣ ਅੰਗਰੇਜ਼ਾਂ ਤੋਂ ਵੱਖ ਹੋ ਕੇ 2 ਵਾਰੀ ਮੂਲ ਰਾਜ ਨੂੰ ਮਿਲਿਆ, ਤੋਹਫੇ ਦਿੱਤੇ ਗਏ। 19 ਸਤੰਬਰ ਨੂੰ ਸ਼ੇਰ ਸਿੰਘ ਆਪਣੀ ਤੇ ਮੂਲ ਰਾਜ ਦੀ ਫੌਜ ਲੈ ਕੇ ਅੰਗਰੇਜ਼ੀ ਫੌਜ ਦੇ ਕੈਂਪ ਦੇ ਕੋਲ ਆਇਆ, ਪਰ ਲੜਾਈ ਨਾ ਹੋਈ। 23 ਸਤੰਬਰ ਨੂੰ ਅੰਗਰੇਜ਼ਾਂ ਦੇ ਮੁਕਾਬਲੇ ਵਾਸਤੇ ਫਿਰ ਫੈਜ਼ਾਬਾਦ ਦੇ ਵਿੱਚ ਪਹੁੰਚਿਆ ਤੇ ਉੱਥੇ ਗੋਲੀਬਾਰੀ ਸ਼ੁਰੂ ਕਰ ਦਿੱਤੀ। ਅੰਗਰੇਜ਼ ਫੌਜ ਦਾ ਨੁਕਸਾਨ ਬਹੁਤ ਘੱਟ ਹੋਇਆ। ਇਹ ਤੋਂ ਮੁਲਤਾਨ ਵਾਲਿਆਂ ਨੂੰ ਸ਼ੱਕ ਹੋ ਗਿਆ ਕਿ ਸ਼ਾਇਦ ਸ਼ੇਰ ਸਿੰਘ ਅੰਗਰੇਜ਼ਾਂ ਵੱਲੋਂ ਹੋ ਕੇ ਸਾਡੇ ਨਾਲ ਕੋਈ ਧੋਖਾ ਕਰ ਰਿਹਾ ਹੈ। ਇਸ ਸ਼ੁਬੇ ਨੂੰ ਪੱਕਾ ਕਰਨ ਦਾ ਕੰਮ ਐਡਵਰਡ ਸਾਹਿਬ ਨੇ ਚਲਾਕੀ ਨਾਲ ਲਿਖੇ ਖਤ ਨੇ ਕੀਤਾ, ਜੋ ਵਧਾਈ ਦਾ ਖਤ ਸ਼ੇਰ ਸਿੰਘ ਦੇ ਨਾਮ ਲਿਖਿਆ ਤੇ ਸ਼ੇਰ ਸਿੰਘ ਨੂੰ ਉਹਦੇ ਕੰਮ ਦੀ ਕਾਮਯਾਬੀ ਤੇ ਵਧਾਈ ਦਿੱਤੀ ਗਈ। ਲਿਖਿਆ ਸੀ ਕਿ ਅਸੀਂ ਹਰ ਤਰ੍ਹਾਂ ਨਾਲ ਤਿਆਰ ਹਾਂ, ਜਦੋਂ ਇੱਕ ਭੋਰਾ ਜਿੰਨਾ ਇਸ਼ਾਰਾ ਕਰੋਗੇ ਤਦ ਆ ਜਾਵਾਂਗੇ। ਇਹ ਖਤ ਇੱਕ ਸਿੱਖ ਹਲਕਾਰੇ ਦੇ ਹੱਥ ਮੂਲ ਰਾਜ ਤੱਕ ਪਹੁੰਚਿਆ, ਜਿਹਨੂੰ ਪੜ੍ਹਦਿਆਂ ਹੀ ਮੂਲ ਰਾਜ ਦੀਵਾਨ ਨੂੰ ਬੜਾ ਗੁੱਸਾ ਆਇਆ। ਉਹਨੂੰ ਇਹ ਯਕੀਨ ਹੋ ਗਿਆ ਕਿ ਸ਼ੇਰ ਸਿੰਘ ਸੱਚਮੁੱਚ ਅੰਗਰੇਜ਼ਾਂ ਦਾ ਦੋਸਤ ਹੈ, ਕੇਵਲ ਸਾਡੇ ਨਾਲ ਦਗਾ ਕਰਨ ਵਾਸਤੇ ਪੰਜਾਬ ਵਿੱਚ ਆਇਆ। ਉਹਨੇ ਕੁਝ ਆਪਣੇ ਸਲਾਹਕਾਰਾਂ ਦੀ ਰਾਏ ਨਾਲ ਫੈਸਲਾ ਕੀਤਾ ਕਿ ਸ਼ੇਰ ਸਿੰਘ ਨੇ ਜੋ ਧੋਖਾ ਦਿੱਤਾ ਉਹਦਾ ਜੁਰਮਾਨਾ ਨਾ ਦੇ ਕੇ ਜਿੱਥੇ ਜੀ ਚਾਹੇ ਤੁਰ ਜਾਵੇ। ਸੋ ਅਕਤੂਬਰ ਨੂੰ ਬਹੁਤ ਸਾਰੀਆਂ ਗੱਲਾਂ ਬਾਤਾਂ ਮਗਰੋਂ ਫਿਰ ਇਹ ਸ਼ੇਰ ਸਿੰਘ ਹਜ਼ਾਰੇ ਵੱਲ ਚਲਿਆ ਗਿਆ। ਫਿਰ ਤੇ ਮੂਲ ਰਾਜ ਨੇ ਜਦੋਂ ਇਹਨੂੰ ਪਤਾ ਲੱਗਿਆ ਕਿ ਤਾਂ ਅੰਗਰੇਜ਼ਾਂ ਦੀ ਚਾਲ ਸੀ, ਉਹਨੇ ਬਹੁਤ ਚਾਹਿਆ ਕਿ ਸ਼ੇਰ ਸਿੰਘ ਵਾਪਸ ਆ ਜੇ, ਪਰ ਉਹ ਮੁੜਿਆ ਨਹੀਂ। ਸਗੋਂ ਮੂਲ ਰਾਜ ਦੀ ਬਹੁਤ ਸਾਰੀ ਫੌਜ ਵੀ ਸਰਦਾਰ ਸ਼ੇਰ ਸਿੰਘ ਦੇ ਨਾਲ ਹੀ ਚਲੀ ਗਈ, ਜਿਹ ਤੋਂ ਇਹਨਾਂ ਨੂੰ ਬੜਾ ਦੁੱਖ ਤੇ ਸ਼ੋਕ ਹੋਇਆ। ਆਪਣੀ ਬੇਅਕਲੀ ਤੇ ਵੀ ਸ਼ੋਕ ਕੀਤਾ। 11 ਅਕਤੂਬਰ ਨੂੰ ਜਦ ਕਿ ਪੰਜਾਬ ਵਿੱਚ ਰੌਲਾ ਮੱਚ ਰਿਹਾ ਸੀ, ਸ਼ੇਰ ਸਿੰਘ ਨੇ ਅੰਮ੍ਰਿਤਸਰ ਆਦਿਕ ਸ਼ਹਿਰਾਂ ਦੇ ਵਿੱਚ ਇਸ਼ਤਿਹਾਰ ਦਿੱਤਾ ਕਿ ਹਰ ਇੱਕ ਆਦਮੀ ਨੂੰ ਮਾਲੂਮ ਹੈ ਕਿ ਅੰਗਰੇਜ਼ਾਂ ਨੇ ਮਹਾਰਾਜਾ ਰਣਜੀਤ ਸਿੰਘ ਤੇ ਲਾਹੌਰ ਦਰਬਾਰ ਦੇ ਨਾਲ ਜੋ ਇਕਰਾਰ ਕੀਤੇ ਸੀ ਉਹ ਸਾਰੇ ਤੋੜ ਦਿੱਤੇ ਨੇ। ਪਰਜਾ ਤੇ ਧੱਕਾ ਔਰ ਵਧੀਕੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ। ਇਹਨੇ ਲਿਖਿਆ, ਪਹਿਲੀ ਗੱਲ, ਮਹਾਰਾਣੀ ਜਿੰਦ ਕੌਰ ਨੂੰ ਬੇਕਸੂਰ ਹੀ ਹਿੰਦੁਸਤਾਨ ਵੱਲ ਦੇਸ਼ ਨਿਕਾਲਾ ਦੇ ਕੇ ਉਹਦੀ ਜ਼ੋਰ ਦੇ ਨਾਲ ਤਲਾਸ਼ੀ ਲਈ, ਸਾਰਾ ਮਾਲ ਧਨ ਖੋਹ ਲਿਆ, ਤੇ ਕਿਉਂਕਿ ਉਹ ਈਸਾਈ ਮਜ਼ਹਬ ਨੂੰ ਗ੍ਰਹਿਣ ਨਹੀਂ ਸੀ ਕਰਦੀ। ਅੰਗਰੇਜ਼ਾਂ ਨੇ ਕਿਹਾ ਸੀ ਮਹਾਰਾਣੀ ਜਿੰਦ ਕੌਰ ਨੂੰ ਈਸਾਈ ਬਣ ਜਾ, ਫੇਰ ਤੈਨੂੰ ਅਸੀਂ ਕੁਛ ਨਹੀਂ ਕਹਾਂਗੇ। ਉਹਨੇ ਆਪਣੀ ਸਿੱਖੀ ਨੂੰ ਕਾਇਮ ਰੱਖਿਆ ਤਾਂ ਇਹਨਾਂ ਨੇ ਬਹੁਤ ਬੇਇੱਜ਼ਤੀ ਕੀਤੀ। ਇਹ ਜਿਹੜਾ ਹਿੰਦੁਸਤਾਨ ਹੈ ਨਾ ਸ਼ਬਦ, ਹਿੰਦੁਸਤਾਨ ਸਾਰਾ ਨਹੀਂ ਸੀ ਹੈ। ਹਿੰਦੁਸਤਾਨ ਜਿਹੜਾ ਉੱਤਰ ਵਾਲਾ ਇਲਾਕਾ ਹੈ ਨਾ ਯੂਪੀ ਦਾ, ਦਿੱਲੀੋਂ ਪਰੇ, ਤੇ ਇਹ ਯੂਪੀ ਇੱਧਰਲੇ ਇਲਾਕੇ ਨੂੰ ਅਸਲ ਵਿੱਚ ਹਿੰਦੁਸਤਾਨ ਕਿਹਾ ਜਾਂਦਾ ਸੀ। ਹੁਣ ਤਾਂ ਸਾਰੇ ਭਾਰਤ ਨੂੰ ਕਹਿੰਦੇ ਨਹੀਂ, ਬਹੁਤ ਨੇ ਵੀ ਹਿੰਦੁਸਤਾਨ ਹਿੰਦੁਸਤਾਨ ਕਰਦੇ ਆ ਕਿ ਗੁਰਬਾਣੀ ਵਿੱਚ ਵੀ ਸ਼ਬਦ ਆਇਆ ਹਿੰਦੁਸਤਾਨ ਡਰਾਇਆ। ਉਹ ਉਸ ਸਮੇਂ ਦੀ ਗੱਲ ਹੈ। ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਤੱਕ ਪੰਜਾਬ ਨੂੰ ਕੋਈ ਹਿੰਦੁਸਤਾਨ ਦਾ ਹਿੱਸਾ ਨਹੀਂ ਸੀ ਸਮਝਦੇ। ਹਿੰਦੁਸਤਾਨ ਕੇਵਲ ਇਹ ਹੋਰ ਯੂਪੀ ਇਤਿਆਦਿਕ ਜਿਹੜਾ ਉੱਤਰ ਇੱਧਰਲਾ ਇਲਾਕਾ ਸੀ, ਇਸ ਨੂੰ ਹਿੰਦੁਸਤਾਨ ਸਮਝਿਆ ਜਾਂਦਾ ਹੁੰਦਾ ਸੀ। ਤੇ ਇੱਧਰੋਂ ਜੇ ਇੱਥੋਂ ਤੱਕ ਹੁੰਦਾ ਸੀ, ਪੰਜਾਬ ਵਿੱਚੋਂ ਅੰਗਰੇਜ਼ ਜਦੋਂ ਦੇਸ਼ ਨਿਕਾਲਾ ਵੀ ਦਿੰਦੇ, ਕਈਆਂ ਨੂੰ ਹਿੰਦੁਸਤਾਨ 'ਚ ਤੋਰਦੇ ਸਨ। ਜਿਵੇਂ ਮਹਾਰਾਣੀ ਜਿੰਦ ਕੌਰ ਨੂੰ ਜਲਾਵਤਨੀ ਕਰਕੇ ਕਿਹਾ ਇਹਨੂੰ ਹਿੰਦੁਸਤਾਨ ਤੋਰੋ,
ਉਹਨੂੰ ਇੱਕ ਤਰ੍ਹਾਂ ਦਾ ਦੇਸ਼ ਨਿਕਾਲਾ ਸੀ। ਪੰਜਾਬ ਇੱਕ ਵੱਖਰਾ ਦੇਸ਼ ਸੀ ਤੇ ਇਹ ਹੁਣ ਪੰਜਾਬ ਕੋਈ ਛੋਟਾ ਜਿਹਾ ਨਹੀਂ ਸੀ। ਜਿਵੇਂ ਤਾਮਿਲਨਾਡੂ, ਕਰਨਾਟਕਾ, ਹੋਰੇ ਕੋਈ ਹਿੰਦੁਸਤਾਨ ਦੇ ਹਿੱਸੇ ਨਹੀਂ ਸਨ ਪਹਿਲੇ। ਇਹ ਤਾਂ ਬਾਅਦ ਵਿੱਚ ਹੌਲੀ ਹੌਲੀ ਇੱਕ ਢਾਂਚਾ ਖੜਾ ਕਰਤਾ, ਕਈ ਦੇਸ਼ਾਂ ਦਾ ਇੱਕ ਇਕੱਠ ਹੈ। ਚਲੋ ਰਹੋ ਵਿਚਾਰ। ਹੁਣ ਇਹ ਗੱਲ ਰਾਈ ਇਸ਼ਤਿਹਾਰ ਵਿੱਚ ਦੱਸੀ ਗਈ। ਦੂਜੀ ਗੱਲ ਦੱਸੀ ਕਿ ਲਾਹੌਰ ਦਰਬਾਰ ਵਿੱਚੋਂ ਉਹਨਾਂ ਨੇ ਸਿੱਖਾਂ ਦੇ ਅਖਤਿਆਰ ਅੰਗਰੇਜ਼ਾਂ ਨੇ ਬਿਲਕੁਲ ਉੱਕਾ ਹੀ ਖਤਮ ਕਰ ਦਿੱਤੇ ਹੈ। ਤੀਜੀ ਗੱਲ ਇਸ਼ਤਿਹਾਰ ਵਿੱਚ ਲਿਖੀ, ਪਰਜਾ ਦੇ ਨਾਲ ਉਲਟ ਪੁਲਟ ਜ਼ੁਲਮ ਵਰਤਿਆ ਜਾ ਰਿਹਾ ਹੈ। ਤੇ ਚੌਥੀ ਗੱਲ, ਸ਼ੇਰ ਸਿੰਘ ਨੇ ਇਸ਼ਤਿਹਾਰ ਕੱਢਿਆ ਕਿ ਸਿੱਖੋ, ਮਹਾਰਾਜਾ ਦਲੀਪ ਸਿੰਘ ਦਾ ਮਜ਼ਹਬ ਤੇ ਰਸਮੋ ਰਿਵਾਜ ਉਹ ਖਤਮ ਕਰ ਰਹੇ ਨੇ, ਕਿਉਂਕਿ ਇਹਨਾਂ ਨੇ ਹੌਲੀ ਹੌਲੀ ਈਸਾਈ ਬਣਾਉਣ ਦੀਆਂ ਕੋਸ਼ਿਸ਼ਾਂ ਸ਼ੁਰੂ ਕਰਤੀਆਂ ਸੀ। ਇਸ ਵਾਸਤੇ ਪਰਮੇਸ਼ਰ ਦੇ ਹੁਕਮ ਨਾਲ ਰਾਜਾ ਸ਼ੇਰ ਸਿੰਘ ਅੰਗਰੇਜ਼ਾਂ ਦੀ ਵਿਰੋਧਤਾ ਲਈ ਕਮਰ ਕਸਾ ਕਰਕੇ ਖੜਾ ਹੋ ਗਿਆ। ਨਿਮਕ ਹਲਾਲ ਮੂਲ ਰਾਜ ਵੀ ਇਹਨਾਂ ਦੀ ਜੜ ਪੁੱਟਣ ਨੂੰ ਤਿਆਰ ਹੈ। ਇਸ ਵਾਸਤੇ ਸਾਰੇ ਪੰਜਾਬ ਨਿਵਾਸੀਆਂ ਦਾ ਫਰਜ਼ ਹੈ ਜਾਂ ਤਾਂ ਦੀਵਾਨ ਮੂਲ ਰਾਜ ਦੀ ਫੌਜ 'ਚ ਭਰਤੀ ਹੋ ਜਾਣ ਜਾਂ ਰਾਜੇ ਸ਼ੇਰ ਸਿੰਘ ਤੇ ਚਤਰ ਸਿੰਘ ਦੀ ਫੌਜ ਵਿੱਚ ਆ ਮਿਲਣ। ਉਹਨਾਂ ਦਾ ਐਸਾ ਕਰਨਾ ਪਰਜਾ ਦਾ ਭਲਾ ਤੇ ਅੱਗੇ ਦਾ ਲਾਭ ਹੋਵੇਗਾ। ਇਹ ਇਸ਼ਤਿਹਾਰ ਨੂੰ ਪੜ੍ਹ ਕੇ ਹਜ਼ਾਰਾਂ ਲੋਕੀ ਹਜ਼ਾਰੇ ਤੇ ਮੁਲਤਾਨ ਦੇ ਵਿੱਚ ਆ ਕੇ ਇਹਨਾਂ ਨੂੰ ਮਿਲੇ। ਇਹਨਾਂ ਹੀ ਦਿਨਾਂ ਦੇ ਵਿੱਚ ਨੂਰਪੁਰ ਦੇ ਰਾਮ ਸਿੰਘ ਨੇ ਇਸ ਪਾਸੋਂ ਅੰਗਰੇਜ਼ੀ ਇਲਾਕੇ ਦੇ ਬਹੁਤ ਸਾਰੇ ਹੱਲੇ ਕੀਤੇ ਤੇ ਉਹਦੇ ਫੜਨ ਵਾਸਤੇ ਸਰਕਾਰ ਨੇ 1000 ਰੁਪਈਆ ਉਸ ਸਮੇਂ ਦਾ ਇਨਾਮ ਰੱਖਿਆ। ਜਦੋਂ ਅੰਗਰੇਜ਼ੀ ਫੌਜ ਉੱਥੇ ਗਈ ਤਾਂ ਉਹ ਹੁਸ਼ਿਆਰਪੁਰ ਦੇ ਇਲਾਕੇ ਵਿੱਚ ਜਾ ਵੜਿਆ। 23 ਅਕਤੂਬਰ ਨੂੰ ਰਾਏ ਦਰਿਆਵੀ ਦੇ ਪੁਲ ਤੇ ਅੰਗਰੇਜ਼ੀ ਸਿਪਾਹੀਆਂ ਦੇ ਰਾਖਿਆਂ ਦੇ ਕੁਝ ਸਿੱਖਾਂ ਨੇ ਹਮਲਾ ਕਰਤਾ ਔਰ ਉਹਨਾਂ ਦੇ ਹਥਿਆਰ ਖੋਹ ਕੇ ਲੈ ਗਏ। ਕਈ ਫੱਟੜ ਹੋਏ ਤੇ ਮਾਰੇ ਗਏ। ਮੁਲਤਾਨ ਤੋਂ ਸਰਦਾਰ ਸ਼ੇਰ ਸਿੰਘ ਦੇ ਚੱਲੇ ਆਉਣ ਤੇ ਦੋਹਾਂ ਧਿਰਾਂ ਦੀ ਫੌਜੀ ਤਾਕਤ ਘਟ ਗਈ। 13 ਅਕਤੂਬਰ 1848 ਈਸਵੀ ਨੂੰ ਮੁਲਤਾਨ ਦੇ ਵਿੱਚ ਇੱਕ ਲੜਾਈ ਹੋਈ ਜਿਹਦੇ ਵਿੱਚ ਅੰਗਰੇਜ਼ਾਂ ਦਾ ਬਹੁਤ ਨੁਕਸਾਨ ਹੋਇਆ। ਇਸ ਕਰਕੇ ਅੰਗਰੇਜ਼ੀ ਫੌਜ ਦੇ ਅਫਸਰ ਨੇ ਦੂਜੀ ਜਗ੍ਹਾ ਆਪਣੀ ਫੌਜ ਲਿਜਾ ਕੇ ਹਮਲਾ ਕੀਤਾ, ਪਰ ਫਿਰ ਵੀ ਕਾਮਯਾਬੀ ਨਾ ਮਿਲੀ। ਉਸੇ ਦਿਨ ਕੋਰਟਲੈਂਡ ਇਹਦੀ ਫੌਜ ਵਿੱਚੋਂ 500 ਪੂਰਬੀਏ ਸਿਪਾਹੀ ਮੂਲ ਰਾਜ ਦੀ ਫੌਜ ਦੇ ਵਿੱਚ ਜਾ ਮਿਲੇ। 12 ਨਵੰਬਰ ਨੂੰ ਮੁਲਤਾਨੀ ਫੌਜ ਨੇ ਐਡਵਰਡਸ ਸਾਹਿਬ ਦੀ ਫੌਜ ਤੇ ਹਮਲਾ ਕਰਤਾ। ਅੰਗਰੇਜ਼ੀ ਫੌਜ ਐਸੇ ਢੰਗ ਨਾਲ ਲੜਾਈ ਗਈ ਕਿ ਇਹ ਮੁਲਤਾਨੀਆਂ ਦੇ ਮੋਰਚਿਆਂ ਤੇ ਜਾ ਪਈ। 2 ਤੋਪਾਂ ਸਮੇਤ ਮੋਰਚਾ ਛਡਾ ਲਿਆ, ਜਿਸ ਤੋਂ ਫਿਰ ਮੁਲਤਾਨ ਦੀ ਫੌਜ ਦਾ ਹੌਸਲਾ ਟੁੱਟ ਗਿਆ। ਇਹਨਾਂ ਹੀ ਦਿਨਾਂ ਦੇ ਵਿੱਚ ਜਸ ਮੱਲ, ਜੋ ਕਿ ਜੰਗ ਦਾ ਮੂਲ ਰਾਜ ਵੱਲੋਂ ਕਾਰਦਾਰ ਸੀ, ਪਰਜਾ ਨੇ ਘੇਰ ਲਿਆ ਤੇ ਉਹਦਾ ਇਲਾਕਾ ਲੁੱਟ ਲਿਆ। ਇਹ ਗੱਲ ਸੁਣ ਕੇ ਮੂਲ ਰਾਜ ਨੇ ਸਰਦਾਰ ਨਰੈਣ ਸਿੰਘ ਨੂੰ 2000 ਸਵਾਰ ਦੇ ਕੇ ਜਸ ਮੱਲ ਦੀ ਸਹਾਇਤਾ, ਜਿਹੜੇ ਆਕੀ ਹੋਏ ਉਹਨਾਂ ਨੂੰ ਸਜ਼ਾ ਦੇਣ ਵਾਸਤੇ ਭੇਜਿਆ। 2 ਤੋਪਾਂ ਵੀ ਨਾਲ ਸੀ। ਇਧਰੋਂ ਐਡਵਰਡ ਹੈ, ਉਸ ਨੇ ਸ਼ੇਖ ਇਮਾਮਦੀਨ ਨੂੰ, ਜਿਹੜਾ ਉਸ ਸਮੇਂ ਅੰਗਰੇਜ਼ਾਂ ਦੀ ਫੌਜ ਵਿੱਚ ਸੀ, ਫੌਜ ਦੇ ਕੇ ਭੇਜਿਆ। ਇਮਾਮਦੀਨ ਸਰਦਾਰ ਨਰੈਣ ਸਿੰਘ ਤੋਂ ਪਹਿਲਾਂ ਪਹੁੰਚ ਗਿਆ ਤੇ ਉਹਨੇ ਬਾਗੀਆਂ ਦੀ ਮਦਦ ਕੀਤੀ। ਝੰਗ ਦਾ ਕਿਲ੍ਹਾ ਫਤਿਹ ਕਰਕੇ ਕਿਲ੍ਹਾ ਕਨਿਓਟ, ਜਿੱਥੋਂ ਦੀ ਮਦਦ ਵਾਸਤੇ ਸਰਦਾਰ ਨਰੈਣ ਸਿੰਘ ਗਏ ਸੀ, ਉਹਦਾ ਘੇਰਾ ਪਾ ਕੇ ਉਹਦੀ ਦੀਵਾਰ ਗਿਰਾਤੀ ਤੇ ਇੱਕ ਸੁਰੰਗ ਉਡਾ ਕੇ ਕਿਲ੍ਹੇ ਵਿੱਚ ਜਾ ਬੈਠਿਆ। ਉੱਥੇ ਜਿਹੜੇ ਫਿਰ ਬੈਠੇ ਸੀ ਪਹਿਲਾਂ ਉਹਨਾਂ ਨੂੰ ਬੜਾ ਨੁਕਸਾਨ ਪਹੁੰਚਾਇਆ। ਨਰੈਣ ਸਿੰਘ ਨੇ ਹਥਿਆਰ ਰੱਖਤੇ ਤੇ ਨਰੈਣ ਸਿੰਘ ਨੂੰ ਕੈਦ ਕਰਕੇ ਲਾਹੌਰ ਭੇਜ ਦਿੱਤਾ। ਇਸ ਫਤਿਹ ਤੋਂ ਪਿੱਛੋਂ ਅੰਗਰੇਜ਼ੀ ਫੌਜ ਬੰਬੇ, ਫਿਰੋਜ਼ਪੁਰ, ਲੁਧਿਆਣਾ ਤੇ ਅੰਬਾਲੇ ਤੋਂ ਇਕੱਠੀ ਹੋ ਕੇ ਮੁਲਤਾਨ ਪਹੁੰਚ ਗਈ। 27 ਦਸੰਬਰ ਨੂੰ ਇੱਕ ਬੜੀ ਭਾਰੀ ਲੜਾਈ ਦੇ ਪਿੱਛੋਂ ਮੰਡੀ ਆਮ ਖਾਸ, ਬਾਗ ਸਾਵਣ ਮੱਲ ਦੀ ਸਮਾਧ, ਮਕਬਰਾ, ਸਮਸਤਰਵੇਜ ਇਤਿਆਦਿਕ ਮਕਾਨਾਂ ਤੇ ਕਬਜ਼ਾ ਕਰ ਲਿਆ ਤੇ ਮੁਲਤਾਨ ਨੂੰ ਫਿਰ ਨਵੇਂ ਸਿਰੇ ਘੇਰਾ ਪਾ ਲਿਆ ਗਿਆ। ਉਸ ਵੇਲੇ ਮੂਲ ਰਾਜ ਦੇ ਕੋਲ ਕੇਵਲ 14,000 ਸਿਪਾਹੀ ਤੇ 22 ਤੋਪਾਂ ਸੀ। ਅੰਗਰੇਜ਼ਾਂ ਦੀ 22,000 ਤੋਂ ਉੱਤੇ ਫੌਜ ਤੇ 100 ਤੋਪ ਸੀ। ਮੁਲਤਾਨ ਦਾ ਘੇਰਾ ਪਾ ਕੇ ਗੋਲਾਬਾਰੀ ਸ਼ੁਰੂ ਕਰਤੀ। 29 ਦਸੰਬਰ ਨੂੰ ਮੂਲ ਰਾਜ ਦੇ 2000 ਮਜ਼ਹਬੀ ਸਿੰਘਾਂ ਦੀ ਫੌਜ ਨੇ, ਭਾਵ ਮਜ਼ਹਬੀ ਦਾ ਭਾਵ ਜਿੱਥੇ ਸ਼ਬਦ ਆਉਂਦਾ ਹੈ ਨਾ, ਇਹਦਾ ਭਾਵ ਹੈ ਧਰਮੀ,
ਇੱਕ ਹੁਣ ਜਿਵੇਂ ਮਜ਼੍ਹਬੀ ਸ਼ਬਦ ਵਰਤਿਆ ਜਾਂਦਾ ਜਾਤੀ ਵਾਸਤੇ, ਲੇਕਿਨ ਇਹ ਤਾਂ ਬਹੁਤ ਬਾਅਦ ਰਜਿਸਟਰਡ ਹੋਈ ਹੈ ਮਜ਼੍ਹਬੀ ਜਾਤੀ, ਪਹਿਲਾਂ ਨਹੀਂ ਸੀ। ਇਹਦਾ ਨਾਂ ਬਦਲ ਕੇ ਰਜਿਸਟਰਡ ਕਰਾਈ। ਪਹਿਲਾਂ ਜਿਹੜਾ ਗ੍ਰੰਥਾਂ ਵਿੱਚ ਮਜ਼ਹਬੀ ਸ਼ਬਦ ਆਉਂਦਾ ਉਹਦਾ ਭਾਵ ਹੁੰਦਾ ਜਿਹੜੇ ਧਰਮ ਦੇ ਨਾਂ ਤੇ ਕੋਈ ਲੜ ਮਰਨ, ਉਹਨਾਂ ਨੂੰ ਮਜ਼ਹਬੀ ਕਿਹਾ ਜਾਂਦਾ। ਜਿਹੜੇ ਹੁਣ ਸਿੰਘ ਸੀ ਉਹ ਤਾਂ ਆਪਣੇ ਧਰਮ ਲਈ ਲੜਦੇ ਆ, ਤਾਂ ਉਹਨਾਂ ਸਿੰਘਾਂ ਨੇ ਦਿੱਲੀ ਦਰਵਾਜ਼ੇ ਤੋਂ ਨਿਕਲ ਕੇ ਬੜਾ ਨੁਕਸਾਨ ਪਹੁੰਚਾਇਆ, ਕਿਉਂਕਿ ਕੇਵਲ ਤਲਵਾਰਾਂ ਧੂ ਕੇ ਅੰਗਰੇਜ਼ੀ ਸੈਨਾ ਤੇ ਆ ਪਏ। 30 ਦਸੰਬਰ ਨੂੰ ਮੂਲ ਰਾਜ ਦੇ ਕਰਮਚਾਰੀ ਸ਼ਾਹਬਾਜ਼ ਖਾਂ ਨੇ, ਜਿਹੜਾ ਅੰਗਰੇਜ਼ਾਂ ਨਾਲ ਮਿਲ ਗਿਆ ਸੀ, ਇਹਨਾਂ ਦੇ ਤੋਪਚੀਆਂ ਨੂੰ ਉਹ ਜਗ੍ਹਾ ਦੱਸੀ ਜਿੱਥੇ ਮੂਲ ਰਾਜ ਦਾ ਮੈਗਜ਼ੀਨ ਤੇ 5000 ਮਣ ਬਾਰੂਦ ਰੱਖਿਆ ਹੋਇਆ ਸੀ। ਫਿਰ ਉਹਦੇ ਵਿੱਚ ਅੱਗ ਰੱਖ ਦਿੱਤੀ, ਜਿੱਤੋਂ ਕਿਲੇ ਵਾਲਿਆਂ ਨੂੰ ਬਹੁਤ ਵੱਡਾ ਨੁਕਸਾਨ ਹੋਇਆ। 500 ਆਦਮੀ ਦਾ ਤਾਂ ਪਤਾ ਹੀ ਨਹੀਂ ਲੱਗਿਆ ਤੇ ਬਹੁਤ ਸਾਰੀਆਂ ਲਾਸ਼ਾਂ ਦੇ ਢੇਰ ਲੱਗ ਗਏ। ਉਸੇ ਦੇ ਧਮਾਕੇ ਨਾਲ ਕਿਲੇ ਦੀ ਦੱਖਣ ਵਾਲੀ ਦੀਵਾਰ ਫਟ ਗਈ। ਲੜਾਈ ਤੋਂ ਪਿੱਛੋਂ ਫਿਰ 2 ਜਨਵਰੀ 1849 ਈਸਵੀ ਨੂੰ ਅੰਗਰੇਜ਼ਾਂ ਨੇ ਦਿੱਲੀ ਦਰਵਾਜ਼ੇ ਤੇ ਹਮਲਾ ਕਰਤਾ। ਇਹ ਮੁਲਤਾਨ ਦੇ ਵਿੱਚ ਇਹ ਦਰਵਾਜ਼ਾ ਇੱਕ ਮੁਸਲਮਾਨ ਦਰਬਾਰ ਨੇ ਖੋਲ੍ਹਣ ਦਾ ਇਕਰਾਰ ਕੀਤਾ ਸੀ, ਪਰ ਉੱਥੇ ਮੁਲਤਾਨੀ ਫੌਜ ਆ ਪਹੁੰਚੀ, ਜਿਹੜੀ ਬੜੀ ਬਹਾਦਰੀ ਨਾਲ ਲੜੀ ਤੇ ਅੰਗਰੇਜ਼ੀ ਫੌਜ ਨੂੰ ਪਿੱਛੇ ਹਟਣਾ ਪਿਆ। ਉਸ ਵੇਲੇ ਕਈ ਮੁਸਲਮਾਨ ਲਾਲਚੀ ਦਰਬਾਨ ਅੰਗਰੇਜ਼ਾਂ ਨਾਲ ਜਾ ਮਿਲ ਰਹੇ ਸੀ। ਇਸ ਕਰਕੇ ਅੰਗਰੇਜ਼ੀ ਫੌਜ ਇੱਕ ਹੋਰ ਰਾਹ ਤੋਂ ਦੀ ਸ਼ਹਿਰ ਦੇ ਵਿੱਚ 3 ਜਨਵਰੀ 1849 ਨੂੰ ਦਾਖਲ 3 ਜਨਵਰੀ 1849 ਨੂੰ ਦਾਖਲ ਹੋ ਗਈ। ਮੂਲ ਰਾਜ ਦੀ ਫੌਜ ਜਾਨ ਤੋੜ ਕੇ ਲੜੀ, ਪਰ ਥੋੜਿਆਂ ਦਾ ਬਹੁਤਿਆਂ ਦੇ ਸਾਹਮਣੇ ਹੁਣ ਕੀ ਚਾਰਾ ਚੱਲ ਸਕਦਾ ਹੈ। ਲਾਸ਼ਾਂ ਦੇ ਢੇਰਾਂ ਦੇ ਢੇਰ ਲੱਗ ਗਏ, ਗਲੀਆਂ ਕੂਚੇ ਖੂਨ ਨਾਲ ਲਿਬੜ ਗਏ, ਕਾਂ ਕੁੱਤੇ ਈਦਾਂ ਕਰਨ ਲੱਗੇ। ਮੁਲਤਾਨ ਦੀ ਬਾਕੀ ਫੌਜ ਸ਼ਹਿਰ ਛੱਡ ਕੇ ਸਰਦਾਰਪੁਰੇ ਤੁਰ ਗਈ। 14 ਤੋਪਾਂ ਤੇ 20 ਲੱਖ ਦਾ ਸਮਾਨ ਉੱਥੇ ਅੰਗਰੇਜ਼ਾਂ ਦੇ ਹੱਥ ਆ ਗਿਆ। ਮੂਲ ਰਾਜ ਨੇ ਆਪਣੇ 3000 ਜਵਾਨਾਂ ਦੇ ਨਾਲ ਲੜਾਈ ਜਾਰੀ ਰੱਖੀ, ਪਰ ਅੰਤ ਨੂੰ ਜਦ ਅੰਗਰੇਜ਼ੀ ਤੋਪਾਂ ਨੇ ਕਿਲੇ ਦੀਆਂ ਦੀਵਾਰਾਂ ਕਈ ਜਗ੍ਹਾ ਤੋਂ ਢਾਤੀਆਂ, ਇੱਕ ਸੁਰੰਗ ਦੇ ਨਾਲ ਕਿਲਾ ਉਡਾਉਣ ਦੀ ਕੋਸ਼ਿਸ਼ ਕਰ ਲਈ, ਤਾਂ ਮੂਲ ਰਾਜ ਦੀ ਫੌਜ ਦੇ ਵਿੱਚ ਵੱਡੀ ਨਿਰਾਸ਼ਤਾ ਫੈਲ ਗਈ। ਹੁਣ ਸਿਵਾਏ ਅਧੀਨਤਾ ਸਵੀਕਾਰ ਕਰਨ ਦੇ ਕੋਈ ਰਾਹ ਨਹੀਂ ਸੀ। ਤਾਂ 21 ਜਨਵਰੀ 1849 ਨੂੰ ਮੂਲ ਰਾਜ ਨੇ ਆਪਣਾ ਇੱਕ ਵਕੀਲ ਐਡਵਰਡਸ ਸਾਹਿਬ ਦੇ ਕੋਲ ਅੰਗਰੇਜ਼ ਅਫੀਸਰ ਕੋਲ ਭੇਜ ਕੇ ਅੰਗਰੇਜ਼ਾਂ ਦੀ ਅਧੀਨ ਹੋਣਾ ਪ੍ਰਵਾਨ ਕਰ ਲਿਆ। ਹੁਣ ਇਹਦੇ ਵਿੱਚ ਕੋਈ ਸ਼ੱਕ ਨਹੀਂ ਸੀ ਕਿ ਮੂਲ ਰਾਜ ਨੇ ਬੜੀ ਬਹਾਦਰੀ ਤੇ ਜਵਾਨਮਰਦੀ ਨਾਲ ਲੜਾਈ ਕੀਤੀ, ਪਰ ਉਹਦੀ ਫੌਜ ਦਿਨ ਬ ਦਿਨ ਤਬਾਹ ਹੁੰਦੀ ਗਈ ਤੇ ਉਹਦੇ ਨਾਲ ਦੇ ਕਈ ਮੁਸਲਮਾਨਾਂ ਨੇ ਲਾਲਚ 'ਚ ਆ ਕੇ ਸਾਰੇ ਭੇਦ ਅੰਗਰੇਜ਼ਾਂ ਨੂੰ ਦੱਸ ਦਿੱਤੇ। ਇਸ ਕਰਕੇ ਦੀਵਾਨ ਬਹਾਦਰ ਨੂੰ ਤਾਬਿਆਦਾਰੀ ਅੰਗਰੇਜ਼ਾਂ ਦੀ ਮੰਨਣੀ ਪਈ। ਤਾਂ ਫਿਰ 22 ਜਨਵਰੀ ਨੂੰ ਸਫੈਦ ਕੱਪੜੇ ਪਾ ਕੇ ਅਰਬੀ ਘੋੜੇ ਤੇ ਸਵਾਰ ਹੋ ਕੇ ਮੂਲ ਰਾਜ ਅੰਗਰੇਜ਼ਾਂ ਤੋਂ ਰਹਿਮ ਦੀ ਜਾਚਨਾ ਕਰਨ ਵਾਸਤੇ ਇਹਨੇ ਆਪਣੇ ਆਪ ਨੂੰ ਅੰਗਰੇਜ਼ੀ ਕੈਂਪ ਦੇ ਹਵਾਲੇ ਕਰਤਾ। ਮੇਜਰ ਐਡਵਰਡਸ ਨੇ ਇਹਨੂੰ ਚੀਫ ਇੰਜੀਨੀਅਰ ਦੇ ਖੇਮੇ ਵਿੱਚ ਕੈਦ ਕਰਕੇ ਕਿਲੇ ਤੇ ਕਬਜ਼ਾ ਕਰ ਲਿਆ। ਅੰਦਰ ਜਿਹੜੀ ਫੌਜ ਬੈਠੀ ਸੀ ਹਥਿਆਰ ਰੱਖ ਕੇ ਚੁੱਪਚਾਪ ਘਰਾਂ ਨੂੰ ਚਲੀ ਗਈ। ਜਿਸ ਅੰਗਰੇਜ਼ੀ ਝੰਡੇ ਦੇ ਹੇਠ ਅੱਧਾ ਮੁਲਤਾਨ ਸੁੱਖ ਪਾ ਰਿਹਾ ਸੀ, ਹੁਣ ਉਹ ਝੰਡਾ ਕਿਲੇ ਦੇ ਉੱਤੇ ਗੱਡਿਆ ਗਿਆ। ਮੂਲ ਰਾਜ ਨੂੰ ਪਹਿਲਾਂ ਵਜ਼ੀਰਾਬਾਦ ਰੱਖਿਆ, ਫਿਰ 29 ਫਰਵਰੀ ਨੂੰ ਲਾਹੌਰ ਕਿਲੇ ਵਿੱਚ ਕੈਦ ਕੀਤਾ ਗਿਆ ਤੇ ਉਹਦਾ ਸਾਰਾ ਪਰਿਵਾਰ ਇੱਕ ਸਗਨ ਵਿੱਚ ਰੱਖਿਆ ਗਿਆ। ਦੀਵਾਨ ਮੂਲ ਰਾਜ ਦੇ ਮੁਕੱਦਮੇ ਦੀ ਖੋਜ ਕੋਰਟ ਮਾਰਸ਼ਲ ਦੇ ਰਾਹੀਂ ਕੀਤੀ ਗਈ। ਫਿਰ ਇਹਨੂੰ ਕਾਲੇ ਪਾਣੀ ਜਜ਼ੀਰਾ ਅੰਡੇਮਾਨ ਉਸ ਪਾਸੇ ਕਾਲੇ ਪਾਣੀ ਅੰਗਰੇਜ਼ਾਂ ਨੇ ਭੇਜਤਾ, ਜਿੱਥੇ ਜਾ ਕੇ ਫਿਰ ਇਹ ਮੂਲ ਰਾਜ 2 ਮਹੀਨੇ ਪਿੱਛੇ ਦੀ ਮੌਤ ਹੋ ਗਈ। ਇਹਦੇ ਖਾਨਦਾਨ ਦਾ ਹਾਲ ਅੱਗੇ ਚੌਥੇ ਹਿੱਸੇ ਵਿੱਚ ਦਰਜ ਹੈ। ਹੁਣ ਮੁਲਤਾਨ ਫਤਿਹ ਹੋ ਗਿਆ ਤੇ ਸਾਰੇ ਇਲਾਕੇ ਤੇ ਅੰਗਰੇਜ਼ਾਂ ਦਾ ਕਬਜ਼ਾ ਹੋ ਗਿਆ। ਲਾਰਡ ਡਲਹੌਜੀ ਨੇ ਬਹਾਵਲਪੁਰ ਦੇ ਨਵਾਬ ਨੂੰ ਜੰਗੀ ਖਿਦਮਤਾਂ ਦੇ ਬਦਲੇ 1 ਲੱਖ ਰੁਪਈਆ ਸਾਲ ਦੀ ਪੈਨਸ਼ਨ ਦੇਣੀ ਪ੍ਰਵਾਨ ਕੀਤੀ ਤੇ ਜੰਗ ਦੇ ਦਿਨਾਂ ਦਾ ਫੌਜੀ ਖਰਚ 1 ਲੱਖ ਰੁਪਈਆ ਮਹੀਨਾਵਾਰ ਦੇ ਹਿਸਾਬ ਨਾਲ ਦਿੱਤਾ। ਹੁਣ ਸੱਚੇ ਹਾਲ ਦੱਸਣ ਵਾਲੇ ਇਹ ਗੱਲ ਕਹਿੰਦੇ ਨੇ ਕਿ ਜਦੋਂ 9 ਅਕਤੂਬਰ ਨੂੰ
ਜਦੋਂ ਸ਼ੇਰ ਸਿੰਘ ਆਪਣੇ ਪਿਤਾ ਸਰਦਾਰ ਚਤਰ ਸਿੰਘ ਨੂੰ ਮਿਲਣ ਵਾਸਤੇ ਤੁਰ ਗਿਆ ਤਾਂ ਉਹਨੇ ਇੱਕ ਇਸ਼ਤਿਹਾਰ ਜਿਹਦਾ ਪਹਿਲਾਂ ਦੱਸਿਆ ਜਾ ਚੁੱਕਿਆ ਉਹ ਵੰਡਿਆ, ਜੀ ਤੋਂ 15,000 ਦੇ ਕਰੀਬ ਸਿੱਖ ਹੋਰ ਉਹਦੇ ਨਾਲ ਮਿਲ ਪਏ ਤੇ ਬੰਨੂ ਦੀ ਸਿੱਖ ਫੌਜ ਵੀ ਚਤਰ ਸਿੰਘ ਵੱਲ ਚੱਲ ਪਈ। ਕਰਨਲ ਹੋਮ ਸਾਹਿਬ ਤੇ ਫਤਿਹ ਖਾਂ ਟਿਵਾਣਾ ਉਹਦੇ ਇਲਾਕੇ ਦਾ ਪ੍ਰਬੰਧ ਕਰ ਰਹੇ ਸੀ। ਉਹਨਾਂ ਕੋਸ਼ਿਸ਼ ਕੀਤੀ ਕਿ ਫੌਜ ਨੂੰ ਰੋਕਿਆ ਜਾਵੇ, ਤਾਂ ਜਿਹੜਾ ਕਰਨੈਲ ਹੋਮ ਸੀ ਉਹ ਮਾਰਿਆ ਗਿਆ ਤੇ ਫਤਿਹ ਖਾਂ ਟਿਵਾਣਾ ਭੱਜ ਗਿਆ। ਸਿੱਖਾਂ ਨੇ ਆਵਾਜ਼ ਦਿੱਤੀ ਹੈ, ਨਲਾਇਕ, ਤੂੰ ਧੋਖਾ ਦੇ ਕੇ ਕਮਰ ਪਿਸ਼ੌਰਾ ਸਿੰਘ ਨੂੰ ਫੜਾਇਆ ਤੇ ਕਤਲ ਕਰਵਾਇਆ ਸੀ, ਹੁਣ ਖਾਲਸੇ ਦੇ ਸਾਹਮਣੇ ਹੋ ਕੇ ਬਹਾਦਰਾਂ ਵਾਂਗੂ ਲੜ। ਪਰ ਇਹਨੇ ਇਹ ਗੱਲਾਂ ਦੀ ਪਰਵਾਹ ਨਾ ਕੀਤੀ, ਇੱਥੋਂ ਭੱਜ ਗਿਆ। 6 ਕੋਹ ਦੇ ਫਾਸਲੇ ਤੇ ਖਾਲਸੇ ਨੇ 20 ਆਦਮੀਆਂ ਸਮੇਤ ਇਹਨੂੰ ਜਾ ਫੜਿਆ ਤੇ ਕਤਲ ਕਰਕੇ ਕਮਰ ਪਿਸ਼ੌਰਾ ਸਿੰਘ ਦਾ ਬਦਲਾ ਲਿਆ ਗਿਆ। ਹੁਣ ਤਾਂ ਇਸ ਗੁੱਸੇ ਦੀ ਜਵਾਲਾ ਹੋਰ ਵੀ ਪ੍ਰਚੰਡ ਹੋ ਗਈ। ਪਿਸ਼ਾਵਰ ਦੇ ਵਿੱਚ ਜਿਹੜੇ ਸਿੱਖ ਫੌਜ ਸੀ ਉਹਦੇ ਵਿੱਚੋਂ ਕੁਝ 24 ਅਕਤੂਬਰ 1848 ਨੂੰ ਸਰਦਾਰ ਚਤਰ ਸਿੰਘ ਵੱਲ ਚੱਲ ਪਈ। ਮੇਜਰ ਲਾਰੈਂਸ ਤੇ ਲੋਈ ਸਾਹਿਬ ਉੱਥੋਂ ਦੇ ਅਫਸਰ ਸਨ। ਇਹਨਾਂ ਕਈ ਹਜ਼ਾਰ ਪਠਾਣਾਂ ਨੂੰ ਨਾਲ ਲੈ ਕੇ ਫੌਜ ਨੂੰ ਰੋਕਣਾ ਚਾਹਿਆ, ਪਰ ਖਾਲਸੇ ਦੀ ਤੇਜ਼ ਤਲਵਾਰ ਦੇ ਸਾਹਮਣੇ ਪਠਾਨ ਠਹਿਰ ਨਾ ਸਕੇ, ਪਿੱਠ ਵਿਖਾ ਕੇ ਭੱਜ ਗਏ। ਇੱਕ ਜਗ੍ਹਾ ਤੇ ਰੈਜੀਡੈਂਟੀ ਜਿੱਤ ਲਈ। ਸਾਹਿਬ ਬਹਾਦਰ ਉੱਥੋਂ ਭੱਜ ਕੇ ਕੁਹਾਟ ਦਾ ਕਿਲਾ ਜਿਹੜਾ 30 ਮੀਲ ਤੇ ਸੀ ਉਹਦੇ ਵਿੱਚ ਜਾ ਵੜਿਆ। ਇੱਥੋਂ ਦਾ ਹਾਕਮ ਸੀ ਸੁਲਤਾਨ ਮੁਹੰਮਦ ਖਾਂ ਤੇ ਇਹ ਸਰਦਾਰ ਚਤਰ ਸਿੰਘ ਦਾ ਦੋਸਤ ਸੀ। ਇਹਨੇ ਇਹਨੂੰ ਫੜਿਆ ਅੰਗਰੇਜ਼ ਅਫੀਸਰ ਨੂੰ ਤੇ ਚਤਰ ਸਿੰਘ ਦੇ ਕੋਲ ਭੇਜਤਾ, ਜਿਨ੍ਹਾਂ ਨੂੰ ਸਰਦਾਰ ਚਤਰ ਸਿੰਘ ਨੇ ਬੜੀ ਹਿਫਾਜ਼ਤ ਨਾਲ ਆਪਣੇ ਕੋਲ ਰੱਖਿਆ। ਜਦੋਂ ਉਧਰੋਂ ਮੁਲਤਾਨ ਵੱਲੋਂ ਸਰਦਾਰ ਸ਼ੇਰ ਸਿੰਘ ਕੂਚ ਕਰਦਾ 11 ਨਵੰਬਰ ਨੂੰ ਸੈਦੁਲਾਪੁਰ, ਇਹ ਰਾਮਨਗਰ ਦੇ ਕੋਲ ਹੈ, ਇੱਥੇ ਪਹੁੰਚਿਆ ਤਾਂ ਉਸ ਵੇਲੇ 60,000 ਆਦਮੀ ਤਲਵਾਰ ਉਠਾਉਣ ਵਾਲਾ ਸੀ। ਜੇ ਕਦੀ ਸਾਰੇ ਸਿੱਖਾਂ ਦਾ ਉਸ ਵੇਲੇ ਇਤਫਾਕ ਹੋ ਜਾਂਦਾ ਤਾਂ ਅੰਗਰੇਜ਼ਾਂ ਦਾ ਪੰਜਾਬ ਵਿੱਚੋਂ ਨਹੀਂ ਬਲਕਿ ਹਿੰਦੁਸਤਾਨ ਵਿੱਚੋਂ ਨਿਕਲ ਜਾਣਾ ਕੋਈ ਵੱਡੀ ਗੱਲ ਨਹੀਂ ਸੀ। ਪਰ ਲਾਹੌਰ ਦਰਬਾਰ ਸਰਦਾਰ ਸ਼ੇਰ ਸਿੰਘ ਤੇ ਚਤਰ ਸਿੰਘ ਦੇ ਨਾਲ ਨਹੀਂ ਸੀ। ਲਾਹੌਰ ਦਰਬਾਰ ਦੇ ਸਿੱਖ ਸਰਦਾਰ ਇਸ ਵਿਦਰੋਹ ਨੂੰ ਦਬਾਉਣ ਵਾਸਤੇ ਫਿਰ ਰਹੇ ਸਨ, ਜਿਹਾ ਕਿ ਮਿਸਲ ਸਾਹਿਬ ਦਿਆਲ 3000 ਸਿੱਖਾਂ ਦੀ ਫੌਜ ਲੈ ਕੇ ਇਸ ਇਲਾਕੇ ਦੇ ਵਿਦਰੋਹ ਨੂੰ ਦਬਾ ਰਿਹਾ ਸੀ। ਭਾਈ ਵੀਰ ਸਿੰਘ ਜੀ, ਜਿਹੜੇ ਬਾਬਾ ਵੀਰ ਸਿੰਘ ਔਰੰਗਾਬਾਦ ਵਾਲੇ, ਉਹਨਾਂ ਦੇ ਅੱਗੇ ਚੇਲੇ ਬਾਬਾ ਮਹਾਰਾਜ ਸਿੰਘ ਹੋਏ, ਜਿਹੜੇ 500 ਸਵਾਰ ਨਾਲ ਲੈ ਕੇ ਇਲਾਕੇ ਦੇ ਲੋਕਾਂ ਨੂੰ ਵਿਦਰੋਹ ਕਰਨ ਵਾਸਤੇ ਪ੍ਰੇਰਨਾ ਕਰ ਰਹੇ ਸਨ, ਕਿਉਂਕਿ ਬਾਬਾ ਵੀਰ ਸਿੰਘ ਜੀ ਸ਼ਹੀਦ ਹੋਏ ਸੀ। ਤੇ ਮਹਾਰਾਜਾ ਸਿੰਘ, ਮਹਾਰਾਜ ਉਹਨਾਂ ਦਾ ਨਾਮ ਸੀ, ਉਹ ਅੱਗੇ ਇਹਨਾਂ ਦੇ ਚੇਲੇ ਸਨ ਬਾਬਾ ਵੀਰ ਸਿੰਘ ਔਰੰਗਾਬਾਦ ਵਾਲਿਆਂ ਦੇ। ਤੇ ਜਿਹੜਾ ਸਾਹਿਬ ਦਿਆਲ ਸੀ ਬ੍ਰਾਹਮਣ, ਇਹਨੇ ਬੜੀ ਆਸ ਪਤਾ ਦੇ ਕੇ ਮੇਲ ਮਿਲਾਪ ਕਰਕੇ ਨੇਮ ਧਰਮ ਨੂੰ ਸਿੱਕੇ ਤੇ ਰੱਖ ਕੇ ਉਹਨਾਂ ਨੂੰ ਬਾਬਾ ਮਹਾਰਾਜ ਸਿੰਘ ਜੀ ਨੂੰ ਗ੍ਰਿਫਤਾਰ ਕਰਵਾਤਾ, ਫੜਵਾਤਾ ਤੇ ਲਾਹੌਰ ਭੇਜਤਾ, ਜਿੱਥੋਂ ਬਾਬਾ ਮਹਾਰਾਜਾ ਸਿੰਘ ਮਹਾਰਾਜ, ਇਹਨਾਂ ਨੂੰ ਇਹ ਮਹਾਰਾਜ ਕਹਿੰਦੇ ਸੀ, ਨਾਂ ਜਿਹੜਾ ਹੈ ਪਿਆ, ਕਿਸੇ ਢੰਗ ਨਾਲ ਇੱਥੋਂ ਨਿਕਲ ਗਏ ਤੇ ਨਿਕਲ ਕੇ ਸਰਦਾਰ ਸ਼ੇਰ ਸਿੰਘ ਦੀ ਫੌਜ ਦੇ ਨਾਲ ਫਿਰ ਜਾ ਕੇ ਮਿਲ ਗਏ। ਗੁਜਰਾਤ ਦੇ ਜੰਗ ਪਿੱਛੇ ਉਹਨੂੰ ਫਿਰ ਆਦਮਪੁਰ ਜ਼ਿਲ੍ਹਾ ਹੁਸ਼ਿਆਰਪੁਰ ਵਿੱਚ ਫੜ ਲਿਆ ਗਿਆ ਤੇ ਆਗਰੇ ਦੇ ਕਿਲੇ 'ਚ ਭੇਜਤਾ, ਜਿੱਥੋਂ ਨਿਕਲ ਕੇ ਫਿਰ ਬਾਬਾ ਮਹਾਰਾਜ ਸਿੰਘ ਉਹ ਪਤਾ ਨਹੀਂ ਕਿਸ ਪਾਸੇ ਚਲੇ ਗਏ। ਹੁਣ ਦੂਜਾ ਦੀਵਾਨ ਦੀਨਾਨਾਥ ਬਹੁਤ ਸਾਰੀ ਸਿੱਖ ਫੌਜ ਲੈ ਕੇ ਮੁਲਕ ਹਜ਼ਾਰੇ ਦੇ ਬਲਬੇ ਨੂੰ ਦਬਾਉਣ ਵਾਸਤੇ ਫਿਰ ਰਿਹਾ ਸੀ। ਇਹਨੇ ਵੀ ਸਰਦਾਰ ਚਤਰ ਸਿੰਘ ਦੀ ਤਾਕਤ ਨੂੰ ਬਹੁਤ ਨੁਕਸਾਨ ਪਹੁੰਚਾਇਆ। ਰਾਜਾ ਤੇਜ ਸਿੰਘ, ਸਰਦਾਰ ਮੰਗਲ ਸਿੰਘ ਰਾਮਗੜੀਆ ਆਦਿਕ ਹੋਰ ਵੀ ਕਈ ਸਰਦਾਰ ਆਪਣੀਆਂ ਆਪਣੀਆਂ ਫੌਜਾਂ ਲੈ ਕੇ ਸਿੱਖਾਂ ਦੀ ਮਦਦ ਕਰਨ ਦੀ ਜਗ੍ਹਾ ਤੇ ਮੁਖਾਲਫਤ ਕਰ ਰਹੇ ਸਨ। ਗੋਇਆ ਕਿ ਇਸ ਵੇਲੇ ਇੱਕ ਪਾਸੇ ਸਰਦਾਰ ਚਤਰ ਸਿੰਘ ਤੇ ਸ਼ੇਰ ਸਿੰਘ ਕੁਝ ਕੁ ਹਜ਼ਾਰ ਸਿੰਘਾਂ ਸਮੇਤ ਸੀ, ਦੂਜੇ ਪਾਸੇ ਲਾਹੌਰ ਦਰਬਾਰ ਹੈ ਤੇ ਇਹਨਾਂ ਦੀ ਸਿੱਖ ਸੈਨਾ, ਇਲਾਕਿਆਂ ਦੇ ਸਿੱਖ ਸਰਦਾਰ ਤੇ ਅੰਗਰੇਜ਼ ਸੀ। ਲਾਰਡ ਡਲਹੌਜੀ ਨੇ ਇੱਕ ਇਸ਼ਤਿਹਾਰ ਕੱਢਿਆ ਕਿ ਜਿਹੜਾ ਸਿੱਖ ਸਰਦਾਰ ਅੰਗਰੇਜ਼ੀ ਫੌਜ ਦੇ ਵਾਸਤੇ ਰਸਦ ਆਦਿਕ ਇਕੱਠੀ ਕਰੇਗਾ, ਹੋਰ ਮਦਦ ਕਰਨ ਦਾ ਯਤਨ ਕਰੇਗਾ, ਉਹ ਸਰਕਾਰ ਦਾ ਸ਼ੁਭ ਚਿੰਤਕ ਹੈ
ਤੇ ਜਿਹੜਾ ਵਿਦਰੋਹ ਵਿੱਚ ਸ਼ਾਮਲ ਹੋਣ ਵਾਲਾ ਉਹ ਦੁਸ਼ਮਣ ਸਮਝਿਆ ਜਾਊ। ਇਹ ਜਦੋਂ ਇਸ਼ਤਿਹਾਰ ਨਿਕਲਿਆ ਤਾਂ ਜੰਮੂ ਦਾ ਰਾਜਾ ਮੋਤੀ ਸਿੰਘ, ਤੇਜ ਸਿੰਘ ਇਹ ਬ੍ਰਾਹਮਣ, ਰਾਏ ਮੂਲ ਸਿੰਘ, ਮੰਗਲ ਸਿੰਘ ਰਾਮਗੜੀਆ, ਨਿਹਾਲ ਸਿੰਘ ਛਾਛੀ ਤੇ ਮਿਸਰ ਸਾਹਿਬ ਦਿਆਲ, ਜਨਰਲ ਹਰਸੁਖ ਰਾਏ ਆਦਿਕ ਬਹੁਤ ਸਾਰੇ ਸਰਦਾਰ ਅੰਗਰੇਜ਼ਾਂ ਵੱਲ ਹੋ ਕੇ ਸਿੱਖਾਂ ਦੀ ਵਿਰੋਧਤਾ ਲਈ ਖੜੇ ਹੋ ਗਏ। ਇਹ ਤੋਂ ਪਿੱਛੋਂ ਅੰਗਰੇਜ਼ ਅਫਸਰ ਗੱਫ ਸਾਹਿਬੋ ਨੂੰ ਹੁਕਮ ਹੋਇਆ ਕਿ ਫਿਰੋਜ਼ਪੁਰ ਦੇ ਵਿੱਚ ਫੌਜਾਂ ਇਕੱਠੀਆਂ ਕਰੇ। ਥੋੜ੍ਹੇ ਹੀ ਸਮੇਂ ਵਿੱਚ ਰਾਜਪੂਤਾਨੇ ਤੇ ਹੋਰ ਸਾਰੇ ਹਿੰਦੁਸਤਾਨ ਵਿੱਚੋਂ 25,000 ਦੇ ਕਰੀਬ ਫੌਜ ਸਰਦਾਰ ਸ਼ੇਰ ਸਿੰਘ ਨਾਲ ਲੜਨ ਵਾਸਤੇ 100 ਤੋਪਾਂ ਲੈ ਕੇ ਆ ਗਈ। 13 ਨਵੰਬਰ 1848 ਨੂੰ ਜਰਨਲ ਗੱਫ ਸਾਹਿਬ ਨੇ ਫੌਜਾਂ ਦੇ ਸਰਦਾਰਾਂ ਨੂੰ ਇਕੱਠਿਆਂ ਕਰਕੇ ਦਾਵਤ ਦਿੱਤੀ, ਖੁਸ਼ ਕੀਤਾ ਤੇ ਬ੍ਰਿਗੇਡੀਅਰ ਕੋਨਸ ਕੈਂਬਲ ਤੇ ਇੱਕ ਕੋਟਨੂਨ ਸਾਹਿਬ ਉਹਨੂੰ ਹੁਕਮ ਹੋਇਆ ਕਿ ਤੁਸੀਂ ਆਪਣੀਆਂ ਫੌਜਾਂ ਲਿਜਾ ਕੇ ਰਾਮਨਗਰ ਤੇ ਚੜ੍ਹਾਈ ਕਰ ਦਿਓ। ਇਹ ਹੁਕਮ ਝੱਟ ਵਰਤੋਂ ਵਿੱਚ ਆ ਗਿਆ। ਹੁਣ ਇੱਥੇ 15,000 ਸਿੱਖ ਸਿਪਾਹੀ ਜ਼ਮੀਨ ਨੂੰ ਕਮਾ ਦੇਣ ਵਾਲੀਆਂ 27 ਤੋਪਾਂ ਲੈ ਕੇ ਮੈਦਾਨ ਵਿੱਚ ਉਤਰਨ ਵਾਸਤੇ ਅੰਗਰੇਜ਼ਾਂ ਦੀ ਉਡੀਕ 'ਚ ਬੈਠੇ ਆ। 22 ਨਵੰਬਰ ਨੂੰ ਜਦੋਂ ਇਹ ਅੰਗਰੇਜ਼ੀ ਫੌਜ ਰਾਮਨਗਰ ਪਹੁੰਚੀ ਤਾਂ ਉਹ ਵੇਖ ਕੇ ਹੈਰਾਨ ਰਹਿ ਗਏ ਕਿ ਇੱਥੇ ਤਾਂ ਸਿੱਖਾਂ ਦਾ ਥਹੁ ਪਤਾ ਹੀ ਕੋਈ ਨਹੀਂ ਹੈ। ਸਿੱਖਾਂ ਵਾਲੀ ਚਾਲ ਨੂੰ ਵੇਖ ਕੇ ਅੰਗਰੇਜ਼ ਚਕਰਤ ਰਹਿ ਗਏ। ਭੋਰਾ ਅੱਗੇ ਵਧੇ ਤਾਂ ਫੌਜ ਖਾਲਸਾ ਦੇ ਨਜ਼ਰੀ ਪੈਂਦਿਆਂ ਤੋਪਾਂ ਦੀ ਗਰਜ ਨੇ ਆਕਾਸ਼ ਗੁੰਜਾਤਾ। 2 ਘੰਟੇ ਬਰਾਬਰ ਅੱਗ ਵਰਸਦੀ ਰਹੀ, ਪਰ ਫਿਰ ਵੀ ਸਿੱਖਾਂ ਦਾ ਵਾਲ ਵੀ ਵਿੰਗਾ ਨਾ ਹੋਇਆ। ਉਹ ਚੁੱਪਚਾਪ ਖੜੇ ਰਹੇ, ਕਿਉਂਕਿ ਸਿੱਖ ਫੌਜ ਦਰਿਆ ਦੀ ਓਟ ਵਿੱਚ ਇੱਕ ਐਸੀ ਥਾਂ ਤੇ ਖੜੀ ਸੀ ਜਿੱਥੇ ਉਹਨਾਂ ਨੂੰ ਗੋਲਾ ਅਸਰ ਨਹੀਂ ਸੀ ਕਰ ਸਕਦਾ। ਤਦ ਅੰਗਰੇਜ਼ੀ ਫੌਜ ਨੂੰ ਸ਼ੱਕ ਪਿਆ ਕਿ ਸ਼ਾਇਦ ਸਿੱਖ ਫੌਜ ਨੇ ਸਾਨੂੰ ਧੋਖਾ ਦੇਣ ਵਾਸਤੇ ਸਾਹਮਣੇ ਬਣਾਉਟੀ ਆਦਮੀ ਖੜੇ ਕਰ ਰੱਖੇ ਐ। ਇੱਥੇ ਅਸਲ ਵਿੱਚ ਕੋਈ ਫੌਜ ਨਹੀਂ, ਸਾਨੂੰ ਖਬਰ ਦੇਣ ਵਾਲੇ ਨੇ ਕੋਈ ਧਰੋਹ ਛਲ ਕੀਤਾ। ਅੰਗਰੇਜ਼ ਫੌਜ ਇਸ ਵਿਚਾਰ ਵਿੱਚ ਪੈ ਗਈ ਕਿ ਇਸ ਗੋਰਖ ਧੰਦੇ ਨੂੰ ਕੁਝ ਸਮਝ ਨਾ ਸਕੇ। ਤੋਪਾਂ ਬੰਦ ਕਰਕੇ ਬੜੀ ਦੇਰ ਤੱਕ ਸੋਚਾਂ ਵਿੱਚ ਪਏ ਰਹੇ, ਪਰ ਜਦੋਂ ਗੱਫ ਸਾਹਿਬ ਦੇ ਹੁਕਮ ਨਾਲ ਗੋਲਾਬਾਰੀ ਕਰਦੇ ਫਿਰ ਅੱਗੇ ਸਿੱਖਾਂ ਦੇ ਕੋਲ ਪਹੁੰਚੇ ਤਾਂ ਸਿੱਖਾਂ ਨੇ ਫਿਰ ਇੱਕੋ ਵਾਰੀ 15,000 ਬੰਦੂਕ ਤੇ 27 ਤੋਪਾਂ ਨਾਲ ਅੱਗ ਵਸਾਤੀ। ਬੜੀ ਤਕੜੀ ਲੜਾਈ ਹੋਈ, ਲਾਸ਼ਾਂ ਦੇ ਢੇਰ ਲੱਗ ਗਏ। ਕੁਝ ਤਾਂ ਸਿੱਖਾਂ ਨੇ ਅੰਗਰੇਜ਼ਾਂ ਦੀਆਂ ਤੋਪਾਂ ਦੇ ਮੂੰਹ ਤੋੜਤੇ, ਕੁਝ ਅੰਗਰੇਜ਼ੀ ਤੋਪਾਂ ਰੇਤਲੀ ਜ਼ਮੀਨ ਸੀ ਉਹਦੇ ਵਿੱਚ ਖਿੱਚੀਆਂ ਨਾ ਜਾ ਸਕਣ ਕਰਕੇ ਉਹੀ ਉੱਥੇ ਰਹਿ ਗਈਆਂ। ਉਸ ਵੇਲੇ ਸਿੱਖਾਂ ਨੇ ਆਪਣੀਆਂ ਤੋਪਾਂ ਖੱਬੇ ਪਾਸੇ ਲਿਆ ਕੇ ਉਹ ਅੱਗ ਵਸਾਈ ਕਿ ਅੰਗਰੇਜ਼ਾਂ ਨੂੰ ਲਾਚਾਰ ਹੋ ਕੇ ਆਪਣੀਆਂ ਤੋਪਾਂ ਉੱਥੇ ਸੁੱਟ ਕੇ ਪਿੱਛੇ ਹਟਣਾ ਪਿਆ। ਮਿੱਟੀ ਦੇ ਧੂੜ ਨਾਲ ਸਾਰਾ ਆਕਾਸ਼ ਭਰ ਗਿਆ। ਅੰਗਰੇਜ਼ੀ ਸਰਕਾਰ ਉਸ ਹਨੇਰ ਘੁੱਪ ਘੇਰ ਵਿੱਚ ਕੁਝ ਨਾ ਦਿਸਣ ਕਰਕੇ ਘਬਰਾ ਗਏ। ਬਹੁਤ ਸਾਰੇ ਤਾਂ ਸਿੱਖਾਂ ਦੇ ਲਸ਼ਕਰ ਵਿੱਚ ਹੀ ਜਾ ਵੜੇ। ਸਰਦਾਰ ਸ਼ੇਰ ਸਿੰਘ ਨੇ ਹੁਕਮ ਦਿੱਤਾ ਕਿ ਅੰਗਰੇਜ਼ੀ ਫੌਜ ਦਾ ਜੋ ਆਦਮੀ ਕਾਬੂ ਆ ਜੇ ਨਾ ਉਹਨੂੰ ਮਾਰਿਆ ਨਾ ਜਾਵੇ, ਦੂਜੇ ਦਿਨ ਉਹਨੂੰ ਅੰਗਰੇਜ਼ੀ ਕੈਂਪ ਵਿੱਚ ਪਹੁੰਚਾਇਆ ਜਾਵੇ। ਹੁਣ ਇਸ ਲੜਾਈ ਵਿੱਚ ਇੱਕ ਹੈਕਲ ਸਾਹਿਬ ਸੀ, ਉਹਨੇ ਬੜੇ ਢੰਗ ਨਾਲ ਹਮਲਾ ਕੀਤਾ ਸੀ, ਪਰ ਅੰਗਰੇਜ਼ਾਂ ਦਾ ਵੱਡਾ ਨੁਕਸਾਨ ਹੋਇਆ ਤੇ ਨਾ ਕਾਮਯਾਬ ਰਹੇ। ਸਿੱਖਾਂ ਦੀ ਦੁੱਤੀ ਬਹਾਦਰੀ ਤੇ ਜੰਗ ਦੀ ਤੇਜ਼ੀ ਵੇਖ ਕੇ ਕੇਲਿਆਂ ਵਾਂਗੂ ਕਟੀਣ ਨਾਲੋਂ ਅੰਗਰੇਜ਼ਾਂ ਨੇ ਹੁਣ ਪਿੱਛੇ ਹਟਣਾ ਹੀ ਸਹੀ ਜਾਣਿਆ। 6 ਤੋਪਾਂ ਤੇ 132 ਊਠ ਸਮਾਨ ਦੇ ਛੱਡ ਕੇ ਅੰਗਰੇਜ਼ ਪਿੱਛੇ ਨੂੰ ਭੱਜ ਆਏ। ਇਸ ਜੰਗ ਦੇ ਵਿੱਚ ਲੈਫਟੀਨੈਂਟ ਵਿਲੀਅਮ ਹਊਲਾਕ, ਕਾਟਨ ਸਾਹਿਬ ਤੇ ਹੋਰ ਕਈ ਜ਼ਿੰਮੇਵਾਰ ਵੱਡੇ ਅਫਸਰ ਅੰਗਰੇਜ਼ਾਂ ਦੇ ਮਾਰੇ ਗਏ ਔਰ ਸੈਂਕੜੇ ਫੱਟੜ ਹੋਏ। ਇਹ ਲੜਾਈ ਤੋਪਾਂ ਦੀ ਹੋਈ ਸੀ। ਇਹ ਤੋਂ ਲਾਰਡ ਗੱਫ ਨੂੰ ਬੜਾ ਸ਼ਰਮਿੰਦਾ ਹੋਣਾ ਪਿਆ ਤੇ ਬ੍ਰਿਸ਼ਟ ਫੌਜ ਜਿਹੜੀ ਆ ਉਹ ਇੰਨੀ ਘਬਰਾਹਟ ਵਿੱਚ ਹੋਈ ਕਿ ਭੱਜ ਜਾਣ ਦੀਆਂ ਸੋਚਾਂ ਪੈ ਗਈਆਂ। ਕਈ ਅਫਸਰ ਐਸੇ ਡਰੇ ਕਿ ਲੜਨ ਦਾ ਨਾਮ ਨਹੀਂ ਸੀ ਲੈਂਦੇ। ਸਿੱਖ ਸਿਪਾਹੀ ਉਹਨਾਂ ਦੇ ਕੋਲ ਜਾ ਕੇ ਛਾਤੀ ਠੋਕ ਠੋਕ ਕੇ ਕਹਿੰਦੇ ਸੀ ਕਿ ਲੜਾਈ ਤੋਂ ਬੇਦਲ ਹੋ ਜਾਣਾ ਜਵਾਨਾਂ ਦਾ ਕੰਮ ਨਹੀਂ, ਖੇਤ ਵਿੱਚੋਂ ਭੱਜ ਜਾਣਾ ਕੈਰਾਂ ਦਾ ਕੰਮ ਹੈ। ਇਹ ਸਾਡੇ ਨਾਲ ਲੜਨ ਆਏ ਭਰਾਵੋ, ਜਿੱਕਣ ਤੁਹਾਡੇ ਕੋਲੇ ਸਮਾਨ ਹੈ, ਜਿੱਕਣ ਤੁਹਾਡੇ ਸਰਕਾਰ ਹੌਸਲੇ ਵਧਾਉਂਦੀ ਹੈ, ਜੇ ਕਦੀ ਸਾਡੇ ਮੁਲਕ ਕੋਲੇ ਇਸ ਤਰ੍ਹਾਂ ਦਾ ਸਮਾਨ ਹੋਵੇ ਤੇ ਸਾਨੂੰ ਹੌਸਲੇ ਵਧਾਉਣ ਵਾਲੇ ਕੋਈ ਇਸ ਤਰ੍ਹਾਂ ਦੇ ਸਾਡੇ ਮੁਖੀ ਹੋਣ ਤਾਂ ਅਸੀਂ ਲੜਾਈ ਤੋਂ ਕਦੇ ਦਿਲ ਨਾ ਚੁਰਾਈਏ। ਪਰ ਅਫਸੋਸ ਹੈ
ਕਿ ਇਸ ਵੇਲੇ ਸਾਡਾ ਕੋਈ ਮਹਾਰਾਜਾ ਹੁੰਦਾ ਤਾਂ ਅਸੀਂ ਅੰਗਰੇਜ਼ਾਂ ਨੂੰ ਆਪਣੇ ਸਿੰਘ ਨਾਮ ਦਾ ਸਿੱਟਾ ਵਿਖਾਉਂਦੇ, ਪਰ ਕੀਤਾ ਕੀ ਜਾਵੇ, 3-3 ਦਿਨ ਦੇ ਭੁੱਖੇ, ਉਹ ਵੀ ਬੇਮਾਲਕ ਤੋਂ। ਤਦ ਵੀ ਜੰਗ ਲਈ ਤਿਆਰ। ਆਓ ਦੀਨ ਧਰਮ ਦੀ ਲੜਾਈ ਆ, ਲੜੋ। ਮਰ ਗਏ ਤਾਂ ਮੁਕਤ ਹੋਵਾਂਗੇ, ਜੀਵੇ ਤਾਂ ਭੁਗਤੀਆਂ ਪਾਵਾਂਗੇ। ਲੜਨ ਵਾਲੇ ਦੇ ਦੋਨਾਂ ਹੱਥਾਂ ਵਿੱਚ ਲੱਡੂ ਹੈ। ਸਿੱਖਾਂ ਦੀਆਂ ਇਸ ਤਰ੍ਹਾਂ ਦੀਆਂ ਗੱਲਾਂ ਸੁਣ ਕੇ ਜਿਹੜੇ ਡਰਾਕਲ ਉਹ ਤਾਂ ਬੁਰਾ ਮੰਨਦੇ ਸੀ, ਪਰ ਹੌਸਲੇ ਵਾਲੇ ਅੰਗਰੇਜ਼ ਖੁਸ਼ ਹੁੰਦੇ ਸੀ। ਇਸ ਜੰਗ ਤੋਂ ਅੰਗਰੇਜ਼ ਐਸੇ ਡਰੇ ਕਿ ਕੀ ਕਿਹਾ ਜਾਏ। ਜਿਸ ਵਿਲੀਅਮ ਹਿਊਲਾਕ ਨੇ ਵਾਟਰਲੂ ਦੇ ਮੈਦਾਨ ਵਿੱਚ ਦੁਨੀਆ ਭਰ ਦੇ ਚੋਣਵੇਂ ਬਹਾਦਰ ਨੈਪੋਲੀਅਨ ਬੋਨਪਾਰਟ ਨੂੰ ਸ਼ਿਕਸਤ ਦਿੱਤੀ ਸੀ, ਜਦੋਂ ਉਹਦਾ ਵੀ ਹੌਸਲਾ ਟੁੱਟ ਗਿਆ ਤਾਂ ਬਾਕੀਆਂ ਦਾ ਕਹਿਣਾ ਕੀ ਹੈ। ਹਿਊਲਾਕ ਅਫਸਰ ਸੀ, ਇੱਕ ਉਹਨੂੰ ਹੁਕਮ ਹੋਇਆ ਕਿ ਤੁਸੀਂ ਕਮਾਨੀਅਰ ਹੋ ਕੇ ਸਿੱਖਾਂ ਤੇ ਹਮਲਾ ਕਰੋ, ਤਾਂ ਉਹਨੇ ਹਾਂ ਨਹੀਂ ਕੀਤੀ, ਕਿਉਂਕਿ ਉਹਨਾਂ ਨੂੰ ਸਿੱਖ ਲੜਾਈ ਦੇ ਮੈਦਾਨ ਵਿੱਚ ਸੱਚਮੁੱਚ ਸ਼ੇਰਾਂ ਵਰਗੇ ਦਿਖਾਈ ਦਿੰਦੇ ਸੀ। ਅੰਤ ਨੂੰ ਜਦ ਹੋਰ ਕਿਸੇ ਅਫਸਰ ਨੇ ਹਮਲਾ ਕਰਨ ਦੀ ਹਾਂ ਨਾ ਕੀਤੀ ਤਾਂ ਫਿਰ ਇਹਨੂੰ ਤਾਨੇ ਦੇਣ ਲੱਗ ਗਏ। ਤਾਨਿਆਂ ਤੋਂ ਤੰਗ ਆ ਕੇ ਫਿਰ ਇਸ ਹਿਊਲਾਕ ਨੇ ਬੀੜਾ ਚੁੱਕ ਲਿਆ। ਤਦ ਵੀ ਜਨਰਲ ਗੱਫ ਨੇ ਕਿਹਾ, ਵੇਖ ਕੇ ਹਮਲਾ ਕਰਨਾ, ਐਵੇਂ ਅੰਗਰੇਜ਼ਾਂ ਦਾ ਖੂਨ ਨਾ ਵਹਾ ਦੀ। 4 ਨਵੰਬਰ ਨੂੰ ਪਲਟਣਾ ਤੇ 3 ਰੈਜੀਮੈਂਟਾਂ ਲੈ ਕੇ ਸਿੱਖਾਂ ਤੇ ਅਚਨਚੇਤ ਫਿਰ ਇਹ ਬਿਜਲੀ ਵਾਂਗੂ ਆ ਪਿਆ। ਇਸ ਵੇਲੇ ਸਿੱਖ ਫੌਜ ਲੜਾਈ ਲਈ ਉਸ ਸਮੇਂ ਅਜੇ ਤਿਆਰ ਨਹੀਂ ਸੀ, ਪਰ ਉਹਨਾਂ ਤਦ ਵੀ ਝਟਪਟ ਫੌਜ ਦਾ ਕਿਲਾ ਬਣਾ ਕੇ ਵੈਰੀ ਦੇ ਹਮਲੇ ਨੂੰ ਬੜੀ ਹਿੰਮਤ ਨਾਲ ਰੋਕਿਆ, ਜਿਹਨੂੰ ਵੇਖ ਕੇ ਅੰਗਰੇਜ਼ ਦੰਗ ਰਹਿ ਗਏ। ਬਹੁਤ ਸਾਰੇ ਅੰਗਰੇਜ਼ ਮੈਦਾਨ ਵਿੱਚ ਲਿਟ ਗਏ ਤੇ ਮਰਦਾ ਕੀ ਨਾ ਕਰਦਾ। ਹਿਊਲਾਕ ਨੇ ਇੱਕ ਨਵੇਂ ਢੰਗ ਦੀ ਲੜਾਈ ਲੜ ਕੇ ਹੁਣ ਇਸ ਕਿਲੇ ਨੂੰ ਤੋੜਨ ਦੇ ਵਿੱਚ ਭਾਵੇਂ ਕਾਮਯਾਬੀ ਹਾਸਲ ਕਰ ਲਈ, ਪਰ ਸਿੱਖਾਂ ਨੇ ਕਿਲੇ ਦੇ ਟੁੱਟਣ ਦਾ ਗੁੱਸਾ ਕਰਕੇ ਇਸ ਤਰ੍ਹਾਂ ਜਾਨ ਹੂਲਵਾ ਹਮਲਾ ਕੀਤਾ ਕਿ ਜਨਰਲ ਜਿਹੜਾ ਹਿਊਲਾਕ ਸੀ, ਜਿਹੜਾ ਆਪਣੀ ਬਹਾਦਰ ਅੰਗਰੇਜ਼ੀ ਫੌਜ ਦੇ ਨਾਲ ਮਾਰੋ ਮਾਰ ਕਰਦਾ ਚੱਲਿਆ ਆ ਰਿਹਾ ਸੀ, ਆਪਣੇ ਭਾਈਵੰਦ ਫੌਜ ਸਮੇਤ ਉਸ ਰੰਗੀਲੀ ਧਰਤੀ ਦੇ ਫਿਰ ਸਦਾ ਵਾਸਤੇ ਸੌਂ ਗਿਆ ਔਰ ਦੁਬਾਰੇ ਨਹੀਂ ਉੱਠਿਆ। ਕਈ ਸੌ ਅੰਗਰੇਜ਼ਾਂ ਦੇ ਨਾਲ ਇਹ ਵੀ ਵਹਿਸ਼ਤਾ ਨੂੰ ਗਿਆ। ਬ੍ਰਿਟਿਸ਼ ਫੌਜ ਆਪਣੇ ਸਿਪਾਹ ਸਲਾਰ ਨੂੰ ਬਿਨਾਂ ਕਿਸੇ ਕਾਰਨ ਹਮਲਾ ਕਰਨ ਦਾ ਦੋਸ਼ ਲਾਉਂਦੀ ਬਹੁਤ ਛੇਤੀ ਸਰਬਟ ਨੂੰ ਪਿੱਛੇ ਭੱਜਿਆ ਹੀ। ਇਹ ਜਿਹੜਾ ਹਿਊਲਾਕ ਸਾਹਿਬ ਹੈ, ਇਹਦੀ ਬਲੀ ਲੈ ਕੇ ਰਾਮਨਗਰ ਦਾ ਜੰਗ ਤੇ ਮੁੱਕ ਗਿਆ, ਪਰ ਜਿਹੜਾ ਲਾਰਡ ਗੱਫ ਉਹ ਬਹੁਤ ਪਛਤਾਇਆ, ਜੋ ਬਹੁਤ ਸਾਰੇ ਅੰਗਰੇਜ਼ ਸਿੱਖਾਂ ਦੀ ਕੈਦ ਵਿੱਚ ਆ ਗਏ। ਰਾਜੇ ਸ਼ੇਰ ਸਿੰਘ ਨੇ ਉਹਨਾਂ ਨੂੰ ਬਹੁਤ ਚੰਗਾ ਖਾਣਾ ਖਵਾਇਆ, ਬੜੀ ਹਿਫਾਜ਼ਤ ਦੇ ਨਾਲ ਫਿਰ ਅੰਗਰੇਜ਼ੀ ਕੈਂਪ ਵਿੱਚ ਭੇਜਤਾ। ਔਰ ਇਸ ਬਹਾਦਰੀ ਦੀ ਸਖਾਵਤ ਤੇ ਅੰਗਰੇਜ਼ ਸ਼ੇਰ ਸਿੰਘ ਦੀ ਪ੍ਰਸ਼ੰਸਾ ਕਰਨ ਲੱਗੇ। ਲਾਰਡ ਗੱਫ ਨੇ ਇੱਥੋਂ 3 ਮੀਲ ਪਿੱਛੇ ਹਟ ਕੇ ਡੇਰਾ ਕੀਤਾ, ਸਾਰੀਆਂ ਤੋਪਾਂ ਇਕੱਠੀਆਂ ਕਰਨ ਲੱਗਿਆ। ਅਜੇ ਉਹ ਸਮਾਂ ਸੀ ਜਦੋਂ ਸਰਦਾਰ ਚਤਰ ਸਿੰਘ ਆਪਣੇ ਲੜਕੇ ਸ਼ੇਰ ਸਿੰਘ ਨੂੰ ਨਹੀਂ ਮਿਲਿਆ ਸੀ ਕਿ ਉਹਦੇ ਦੋਸਤ ਮੁਹੰਮਦ ਖਾਂ ਕਾਬਲ ਵਾਲੇ ਤੇ ਉਹਦੇ 3 ਲੜਕੇ 8000 ਸਿਪਾਹੀਆਂ ਸਮੇਤ ਪਿਸ਼ਾਵਰ ਔਰ ਅਟਕਦੇ ਕਿਲੇ ਤੇ ਹਮਲਾ ਕਰਕੇ ਹਰਬਟ ਸਾਹਿਬ ਤੇ ਲੋਈ ਸਾਹਿਬ ਨੂੰ ਕੈਦ ਕਰਕੇ ਇਹਨਾਂ ਦਾ ਕਬਜ਼ਾ ਕਰਾਤਾ। ਇੱਧਰ ਜਦੋਂ ਲਾਰਡ ਗੱਫ ਕੋਲੇ ਵੱਡੀਆਂ ਵੱਡੀਆਂ ਤੋਪਾਂ ਅੰਗਰੇਜ਼ੀ ਫੌਜ ਆ ਪਹੁੰਚੀ ਤਾਂ ਇਹਨੇ ਇੱਕ ਤਾਂ ਸਿੱਖਾਂ ਤੇ ਧੋਖਾ ਦੇ ਕੇ ਦੋਹਾਂ ਪਾਸਿਆਂ ਤੋਂ ਹਮਲਾ ਕਰਨ ਦੀ ਤਿਆਰੀ ਕੀਤੀ, ਦੂਜੇ ਕਈ ਇੱਕ ਬਹਾਦਰ ਅਫਸਰਾਂ ਨੂੰ ਪਿੱਛੇ ਜਾਣ ਲਈ ਨੀਅਤ ਕੀਤਾ ਤੇ ਸਾਹਮਣਿਓਂ ਆਪ ਹਮਲਾ ਕਰਨ ਦੀ ਨੀਅਤ ਕੀਤੀ। ਜਨਰਲ ਥੇਕਵਲ ਕੋਈ ਇਸ ਤਰ੍ਹਾਂ ਦਾ ਨਾਂ ਹੈ, ਉਹਨੂੰ 8000 ਸਵਾਰ ਤੇ 16 ਤੋਪਾਂ ਨਾਲ ਦਰਿਆਏ ਚਨਾਬ ਨੂੰ ਲੰਘਣ ਦਾ ਹੁਕਮ ਦੇਤਾ ਤਾਂ ਉਹ ਸਿੱਖਾਂ ਦੇ ਪਿੱਛੇ ਹਮਲਾ ਕਰੇ। ਦੂਜੀ ਅਯੋਗ ਕਾਰਵਾਈ ਇਹ ਕੀਤੀ ਕਿ ਸਿੱਖਾਂ ਦੀ ਫੌਜ ਵਿੱਚ ਜਿਹੜੇ 3000 ਪੂਰਬੀਏ ਸੀ, ਆਪਣੇ ਪੂਰਬੀਏ ਭੇਜ ਕੇ ਉਹਨਾਂ ਨੂੰ ਲਾਲਚ ਦਿੱਤਾ ਕਿ ਲੜਾਈ ਦੇ ਵੇਲੇ ਸਿੱਖਾਂ ਨੂੰ ਪਿੱਛਾ ਕਰਾ ਦੇਣ ਦਾ ਇਕਰਾਰ ਕਰਾ ਲਿਆ। 2 ਦਸੰਬਰ ਨੂੰ ਰਾਤ ਵੇਲੇ ਚੁੱਪਚਾਪ ਬਿਨਾਂ ਬਾਜਾ ਵਜਾਏ ਥੇਕਵਲ ਸਾਹਿਬ ਫੌਜ ਲਿਆ ਕੇ ਦਰਿਆ ਚਨਾਬ ਤੋਂ ਲੰਘਿਆ। ਤਦ ਸਰਦਾਰ ਸ਼ੇਰ ਸਿੰਘ ਵੀ ਇਹਨਾਂ ਅੰਗਰੇਜ਼ਾਂ ਦੀ ਚਾਲ ਨੂੰ ਤਾੜ ਗਿਆ। ਇਹਨੇ ਰਾਮ ਸਿੰਘ ਦੇ ਮਤਹਿਤ ਥੋੜ੍ਹੀ ਜਿਹੀ ਫੌਜ ਛੱਡ ਕੇ ਉਹਨੂੰ ਗੱਫ ਸਾਹਿਬ ਦੇ ਸਾਹਮਣੇ ਡਟੇ ਰਹਿਣ ਦਾ ਕਹਿ ਕੇ ਆਪ ਚੁੱਪਚਾਪ ਫੌਜ ਲੈ ਕੇ ਥੇਕਵਲ ਸਾਹਿਬ ਦੇ ਮੁਕਾਬਲੇ ਤੇ ਸਾਹਮਣੇ ਆ ਗਿਆ। ਪਰ ਲਾਰਡ ਗੱਫ ਦੀ ਤਜਵੀਜ਼ ਨੂੰ ਤੋੜਨ ਵਾਲੀ
ਸ਼ੇਰ ਸਿੰਘ ਦੀ ਖਬਰ ਇੱਕ ਅਖਬਾਰ ਦੇ ਰਾਹੀਂ ਜਰਨਲ ਗੱਫ ਨੂੰ ਪਤਾ ਲੱਗ ਗਈ, ਕਿਉਂਕਿ ਇਸ ਤਰ੍ਹਾਂ ਖਬਰਾਂ ਦੇਣ ਵਾਲੇ ਜਿਵੇਂ ਤੇਜ ਸਿੰਘ, ਉਹਨੇ ਆਪਣੇ ਸਵਾਰ ਜਿਹੜੇ ਜਸੂਸ ਬਣਾ ਕੇ ਸ਼ੇਰ ਸਿੰਘ ਦੀ ਫੌਜ ਵਿੱਚ ਰਖਾਏ ਹੋਏ ਸੀ। ਥੇਕਵਲ ਨੇ ਲਿਖਿਆ ਕਿ ਕੱਲ ਸ਼ੇਰ ਸਿੰਘ ਦੀ ਫੌਜ ਦਾ ਇੱਕ ਸਵਾਰ ਮੈਨੂੰ ਮਿਲਿਆ, ਜਿਹਨੇ ਕੁਝ ਹਾਲ ਦੱਸਿਆ ਜੀ ਤੂੰ ਹੁਸ਼ਿਆਰ ਹੋ ਗਿਆ, ਬਲਕਿ ਉਸ ਆਪਣੀ ਕੌਮ ਦੇ ਦੁਸ਼ਮਣ ਨੇ ਮੈਨੂੰ ਇਹ ਵੀ ਕਿਹਾ ਕਿ ਕੱਲ 2 ਵਜੇ ਦੇ ਕਰੀਬ ਸਿੱਖ ਅੰਗਰੇਜ਼ ਫੌਜ ਤੇ ਖੱਬੇ ਪਾਸਿਓਂ ਹੱਲਾ ਕਰਨਗੇ। ਇਹ ਖਬਰ ਸੁਣ ਕੇ ਅਸੀਂ ਆਪਣੀ ਚੰਗੀ ਤਰ੍ਹਾਂ ਬੰਦੋਬਸਤ ਕਰ ਲਿਆ, ਪਰ ਤਦ ਵੀ ਇਹ ਸੋਚਿਆ ਕਿ ਵੈਰੀ ਦਾ ਹੱਲਾ ਰੋਕਣਾ ਮੁਸ਼ਕਲ ਹੈ, ਇਸ ਕਰਕੇ ਆਪ ਹੱਲਾ ਕਰ ਦੇਣਾ ਉਚਿਤ ਹੈ। ਇਹ ਕੁੱਲ ਹਾਰਡ ਜਿਹੜਾ ਲਾਰਡ ਗੱਫ ਨੂੰ ਲਿਖਿਆ, ਉਹਨੇ ਜਵਾਬ ਦਿੱਤਾ, ਇੱਕ ਗੋਡਵੀ ਸਾਹਿਬ ਸੀ ਅਫਸਰ, ਉਹ ਹੁਣ ਤੁਹਾਡੀ ਮਦਦ ਦੇ ਵਾਸਤੇ ਬ੍ਰਿਗੇਡ ਲੈ ਕੇ ਆਉਂਦੇ ਆ। ਉਹਨਾਂ ਦੇ ਪੁੱਜੇ ਤੋਂ ਬਿਨਾਂ ਤੁਸੀਂ ਸਿੱਖਾਂ ਨਾਲ ਲੜਾਈ ਨਹੀਂ ਕਰਨੀ। ਜਿਹੜਾ ਗੋਡਵੀ ਸਾਹਿਬ ਸੀ ਉਹਦੇ ਪਿੱਛੇ ਪਿੱਛੇ ਇੱਕ ਹੋਰ ਅਫਸਰ ਸਰ ਵਾਲਰ ਸਾਹਿਬ, ਉਹਨੂੰ ਰਸਾਲਾ ਦੇ ਕੇ ਫੌਜ ਦਾ ਭੇਜਿਆ। ਤਾਂ ਇਸ ਤਰ੍ਹਾਂ ਸ਼ੇਰ ਸਿੰਘ ਵੀ ਭਲਾ ਇਸ ਮੌਕੇ ਤੋਂ ਕਦੋਂ ਖੁੰਝਣ ਵਾਲਾ ਸੀ, ਉਹਨੇ ਥੇਕਵਾਲ ਤੇ ਧਾਵਾ ਕਰਤਾ। ਇਹ ਜਿਹੜਾ ਅੰਗਰੇਜ਼ ਅਫਸਰ ਥੇਕਵਾਲ ਸੀ ਨੇ ਸਮਝਿਆ ਕਿ ਜੇ ਇੱਕ ਜਗ੍ਹਾ ਹੋ ਕੇ ਜੰਗ ਕੀਤਾ ਨੁਕਸਾਨ ਬਹੁਤਾ ਹੋਊ, ਇਸ ਕਰਕੇ ਜਿਹੜੇ ਪਾਸਿਓਂ ਗੋਡਵੀ ਸਾਹਿਬ ਆ ਰਿਹਾ ਸੀ ਉਧਰ ਬੜੀ ਤੇਜ਼ੀ ਨਾਲ ਕਦਮ ਉਠਾਇਆ। ਇੰਨੇ ਨੂੰ ਸ਼ੇਰ ਸਿੰਘ ਨੇ ਇਸ ਥੇਕਵਾਲ ਨੂੰ ਸ਼ਾਹਦੌਲਾਪੁਰ ਦੇ ਕੋਲ ਜਾ ਕੇ ਘੇਰ ਲਿਆ। ਅੰਗਰੇਜ਼ੀ ਫੌਜ ਤੇ ਧੜਾ ਧੜ ਗੋਲੀਬਾਰੀ ਸ਼ੁਰੂ ਹੋ ਗਈ। ਇਹ ਜਿਹੜਾ ਥੇਕਵਾਲ ਸੀ ਇਹਨੂੰ ਇੱਕ ਕਮਾਦ ਦਾ ਖੇਤ ਦੱਸਿਆ ਤੇ ਇਹਨੇ ਉਹਦੀ ਓਟ ਲੈਣੀ ਚਾਹੀ, ਜੀ ਤੇ ਖਾਲਸੇ ਨੇ ਲਲਕਾਰ ਕੇ ਕਿਹਾ ਕਿ ਫਰੰਗੀ ਭੱਜੇ ਜਾਂਦੇ ਆ। ਹਮਲਾ ਕਰਕੇ ਅੰਗਰੇਜ਼ਾਂ ਤੇ ਜਾ ਪਏ। 2 ਵਜੇ ਦਿਨ ਦੇ ਸ਼ੁਰੂ ਹੋ ਕੇ 9 ਵਜੇ ਰਾਤ ਤੱਕ ਦੋਹਾਂ ਪਾਸਿਆਂ ਦੇ ਬਹਾਦਰ ਖੂਬ ਜਾਨਾਂ ਤੋੜ ਕੇ ਲੜਦੇ ਰਹੇ। ਹਨੇਰਾ ਪੈ ਜਾਣ ਤੇ ਫਿਰ ਦੋਹਾਂ ਧਿਰਾਂ ਨੇ ਲੜਾਈ ਬੰਦ ਕਰਤੀ। ਥੇਕਵਾਲ ਨੇ ਫਿਰ ਉਸੇ ਪਾਸੇ ਕਦਮ ਉਠਾਇਆ ਜਿੱਧਰੋਂ ਗੋਡਵੀ ਸਾਹਿਬ ਆ ਰਿਹਾ ਸੀ। ਸਰਦਾਰ ਸ਼ੇਰ ਸਿੰਘ ਨੇ ਭੱਜਦੇ ਦੇ ਪਿੱਛੇ ਜਾਣਾ ਉਚਿਤ ਨਾ ਸਮਝਿਆ ਤੇ ਆਪਣੇ ਰਹਿਣ ਵਾਸਤੇ ਛਾਉਣੀ ਲਈ ਇੱਕ ਜਗ੍ਹਾ ਵੇਖੀ, ਫੌਜ ਲੈ ਕੇ ਉੱਥੇ ਪਹੁੰਚ ਗਿਆ। ਇਹ ਅਸਦੁੱਲਾਪੁਰ, ਸ਼ਾਹਦੌਲਾਪੁਰ ਜੀ ਦਾ ਨਾਂ, ਇਹਦੀ ਲੜਾਈ ਵਿੱਚ ਅੰਗਰੇਜ਼ੀ ਫੌਜ ਦਾ ਨੁਕਸਾਨ ਬਹੁਤ ਹੋਇਆ। ਇਹ ਜਾਣਦਿਆਂ ਹੋਇਆਂ ਵੀ ਫੌਜ ਦਾ ਹੌਸਲਾ ਵਧਾਉਣ ਵਾਸਤੇ ਉਸ ਨੇ ਫਿਰ ਦੂਜੇ ਦਿਨ ਫਤਿਹ ਦੀ ਖੁਸ਼ੀ ਵਿੱਚ ਤੋਪਾਂ ਦੀ ਛਲਕ ਕਰਾਤੀ, ਇੱਕ ਇਸ਼ਤਿਹਾਰ ਕੱਢਿਆ। ਇਸ ਕਾਰਵਾਈ ਤੇ ਕਲਕੱਤਾ ਰਿਵਿਊ ਤੇ ਮਾਰਸਵੈਨ ਸਾਹਿਬ ਦੇ ਇਤਿਹਾਸ ਵਿੱਚ ਬੜੇ ਵਿਸਥਾਰ ਨਾਲ ਹਾਲ ਲਿਖਿਆ। ਇਹ ਸ਼ਾਹਦੌਲਾ ਦੀ ਲੜਾਈ ਤੋਂ ਸਰਦਾਰ ਸ਼ੇਰ ਸਿੰਘ ਨੇ ਲਾਭ ਉਠਾਇਆ, ਕਿਉਂਕਿ ਅੰਗਰੇਜ਼ਾਂ ਦੇ ਬਣਾਏ ਹੋਏ ਪ੍ਰੋਗਰਾਮ ਨੂੰ ਤੋੜ ਕੇ ਆਪਣੇ ਨਿਸ਼ਚਿਤ ਸਥਾਨ ਤੇ ਪਹੁੰਚ ਗਿਆ। ਜੇ ਕਦੀ ਇਸ਼ਤਿਹਾਰ ਦੀ ਲਿਖਤ ਦੇ ਅਨੁਸਾਰ ਜਨਰਲ ਗੱਫ ਦੀ ਫਤਿਹ ਹੋਈ ਸੀ, ਤਦ ਸ਼ਾਹਦੌਲਾ ਦੇ ਜੰਗ ਪਿੱਛੋਂ ਫਿਰ 40 ਦਿਨ ਇਹ ਲਸੂੜੀ ਦੇ ਕੋਲ ਕਿਉਂ ਰਹਿੰਦਾ ਤੇ ਸਿੱਖਾਂ ਤੇ ਇਹਦੀ ਹਮਲਾ ਕਰਨ ਦੀ ਹਿੰਮਤ ਕਿਉਂ ਨਾ ਪਈ। ਇਧਰ ਸਰਦਾਰ ਸ਼ੇਰ ਸਿੰਘ ਨੇ ਐਸੇ ਸਥਾਨ ਤੇ ਆਪਣੀ ਛਾਉਣੀ ਬਣਾ ਲਈ ਜਿੱਥੇ ਵੈਰੀ ਨੂੰ ਕਿਸੇ ਤਰ੍ਹਾਂ ਦੀ ਵੀ ਕਾਮਯਾਬੀ ਨਾ ਹੋ ਸਕੇ। ਤੇ ਵਿਚਾਰ ਕਰਨ ਤੋਂ ਪਤਾ ਲੱਗਿਆ ਸਰਦਾਰ ਸ਼ੇਰ ਸਿੰਘ ਲੜਾਈ ਕਰਨ ਦੇ ਕੰਮ ਵਿੱਚ ਬਹੁਤ ਯੋਗਤਾ ਰੱਖਦਾ ਸੀ। ਇਹ ਉਸਨੇ ਇੱਕ ਐਸਾ ਉਧਰ ਮੌਕਾ ਲੱਭਿਆ ਕਿ ਜਿਹਦੇ ਖੱਬੇ ਹੱਥ ਇੱਕ ਨਿੱਕੀ ਜਿਹੀ ਪਹਾੜੀ ਸੀ, ਉਹਦੇ ਵਿੱਚੋਂ ਇੱਕ ਡੂੰਘਾ ਨਾਲਾ ਚੱਲਦਾ ਸੀ। ਪਿੱਛੇ ਦਰਿਆ ਜੇਹਲਮ ਬੜੀ ਤੇਜ਼ੀ ਨਾਲ ਵਗ ਰਿਹਾ। ਸਾਹਮਣੇ ਇੱਕ ਨਿੱਕਾ ਜਿਹਾ ਜੰਗਲ ਸੀ ਜਿਹਦੇ ਵਿੱਚੋਂ ਦੀ ਵੈਰੀ ਨੂੰ ਰਾਹ ਦਾ ਪਤਾ ਵੀ ਨਾ ਲੱਗ ਸਕੇ। ਸੱਜੇ ਹੱਥ ਮੌਂਗ ਰਸੂਲ ਇਹੋ ਜਿਹੇ ਪਿੰਡ ਸਨ। ਇਹ ਜਗ੍ਹਾ ਇੱਕ ਜਾਣੋ ਕੁਦਰਤੀ ਕਿਲਾ ਸੀ ਤੇ ਖਾਸ ਮੋਰਚਾ ਛਾਵਣੀ ਤੋਂ 3 ਮੀਲ ਦੀ ਵਿੱਥ ਤੇ ਚੇਲੀਆਂ ਵਾਲੇ ਕੀਤਾ। ਇਹਨਾਂ ਕਾਰਨਾਂ ਕਰਕੇ ਸਿੱਖਾਂ ਦੀ ਫੌਜ ਦਾ ਹਾਲ ਕਾਫੀ ਚਿਰ ਤੱਕ ਅੰਗਰੇਜ਼ਾਂ ਦੀ ਸਮਝ ਵਿੱਚ ਨਾ ਆਇਆ। ਹੁਣ ਮੌਂਗ ਰਸੂਲ ਦੇ ਨੇੜੇ ਪਿੰਡ ਢੇਰੀ, ਜਿੱਥੇ ਸ਼ੇਰ ਸਿੰਘ ਦੀ ਫੌਜ ਉਤਰੀ ਹੋਈ ਹੈ, ਅੰਗਰੇਜ਼ੀ ਫੌਜ ਮੁਕਾਬਲੇ ਵਾਸਤੇ ਤਿਆਰ ਹੋ ਗਈ। 13 ਦਸੰਬਰ 1848 ਤੇ 12 ਜਨਵਰੀ 1849 ਤੱਕ ਫੌਜ ਪਈ ਰਹੀ। ਨੇਤਾ ਪ੍ਰਤੀ ਨਿੱਕੇ ਨਿੱਕੇ ਟਾਕਰੇ ਹੁੰਦੇ ਰਹੇ, ਜਿਨ੍ਹਾਂ ਵਿੱਚ ਬਹੁਤਾ ਨੁਕਸਾਨ ਅੰਗਰੇਜ਼ੀ ਫੌਜ ਦਾ ਹੁੰਦਾ ਰਿਹਾ। ਅੰਤ ਨੂੰ 12 ਜਨਵਰੀ ਵਾਲੇ ਦਿਨ ਜੰਗੀ ਲਾਰਡ ਫੌਜ ਸਮੇਤ ਢੇਗੀ ਪਿੰਡ ਦੇ ਕੋਲ ਪਹੁੰਚ ਗਿਆ ਤੇ 13 ਜਨਵਰੀ ਨੂੰ ਲਾਰਡ ਗੱਫ ਨੇ
ਸਿੱਖ ਫੌਜ ਦੇ ਪਿੱਛੇ ਦੀ ਰਾਹ ਰੋਕ ਕੇ ਆਪ ਅੰਗਰੇਜ਼ੀ ਫੌਜ ਨੂੰ ਅੱਗੋਂ ਦੀ ਵਧਾ ਕੇ ਵਜਾਂਦਾ ਹੋਇਆ ਬਾਜੇ ਆ ਗਿਆ ਤੇ ਪੈਰ ਜਮਾਏ ਹੋਏ 2 ਵਜੇ ਦਿਨ ਦੇ ਚੇਲਿਆਂ ਵਾਲੇ ਜਿਹੜਾ ਸਿੱਖਾਂ ਦੀ ਫੌਜ ਤੇ ਜਾ ਕੇ ਹਮਲਾ ਕੀਤਾ। ਜੰਗ ਦੇ ਕੰਮਾਂ ਤੋਂ ਜਾਣੂ ਰਾਜਾ ਸ਼ੇਰ ਸਿੰਘ ਨੇ ਦੁਸ਼ਮਣ ਦੀ ਫੌਜ ਨੂੰ ਸਿਰ ਤੇ ਆਇਆਂ ਵੇਖ ਕੇ ਸਾਹਮਣੇ ਤੋਂ ਤੋਪਾਂ ਦੇ ਮੂੰਹ ਖੋਲ੍ਹਤੇ। ਆਪ ਸੱਜੇ ਹੱਥੋਂ ਅਚਨਚੇਤ ਅੰਗਰੇਜ਼ੀ ਫੌਜ ਦੀ ਛਾਉਣੀ ਤੇ ਹੱਲਾ ਕਰਤਾ, ਜਿਹਨੂੰ ਵੇਖ ਕੇ ਅੰਗਰੇਜ਼ ਹੈਰਾਨ ਤੇ ਪਰੇਸ਼ਾਨ ਹੋ ਗਏ। ਲਾਰਡ ਗੱਫ ਨੂੰ ਆਪ ਹੀ ਆਪਣਾ ਇਰਾਦਾ ਬਦਲ ਕੇ ਫਿਰ ਪਿੱਛੇ ਹਟਣਾ ਪਿਆ। ਉਸ ਵੇਲੇ ਅੰਗਰੇਜ਼ੀ ਫੌਜ ਘਬਰਾ ਕੇ ਇਸ ਤਰ੍ਹਾਂ ਪਿੱਛੇ ਭੱਜੀ ਕਿ ਆਪਣੀ ਤੋਪਖਾਨੇ ਤੇ ਜਾ ਪਈ, ਜਿਸ ਤੋਂ ਇਹਨਾਂ ਦਾ ਕਾਫੀ ਨੁਕਸਾਨ ਹੋਇਆ। ਸਿੱਖ ਵੀ ਇਹਨਾਂ ਦੇ ਪਿੱਛੇ ਪਿੱਛੇ ਚੱਲੇ ਆਏ, ਤਲਵਾਰਾਂ ਧੂ ਕੇ ਅੰਗਰੇਜ਼ਾਂ ਤੇ ਜਾ ਪਏ। ਬਹੁਤ ਸਾਰੇ ਗੋਲੇ ਪਾਉਣ ਵਾਲਿਆਂ ਨੂੰ ਹੀ ਕਤਲ ਕਰਤਾ ਤੇ 6 ਤੋਪਾਂ ਜਿਵੇਂ ਖੁੱਦੋ ਰੋੜ ਕੇ ਲਿਆਈ ਦੀ ਹੈ, ਸਿੱਖ ਰੋੜ ਕੇ ਲਿਆਈ। ਸਿੱਖਾਂ ਦਾ ਇਸ ਤਰ੍ਹਾਂ ਦਾ ਜ਼ੋਰ ਵੇਖ ਕੇ ਅੰਗਰੇਜ਼ ਵੀ ਗੁੱਸੇ 'ਚ ਆ ਗਏ, ਬੜੇ ਅੱਗ ਬਬੂਲਾ ਹੋਏ। ਭਾਵੇਂ ਸਿੱਖਾਂ ਦਾ ਇਹ ਘੁਮੰਡ ਤੋੜਨ ਵਾਸਤੇ ਬ੍ਰਿਟਿਸ਼ ਫੌਜ ਨੇ ਬੜੀ ਬਹਾਦਰੀ ਨਾਲ 2 ਘੰਟੇ ਅੱਗ ਵਸਾਈ, ਪਰ ਦ੍ਰਿੜ ਸੰਕਲਪ ਸਿੱਖਾਂ ਨੂੰ ਖੰਡਾ ਨਾ ਸਕਿਆ। ਬੇਅਰਥ ਗੋਲਾ ਬਰੂਦ ਗਵਾਇਆ। ਹੁਣ ਕਮਾਂਡਰ ਇਨ ਚੀਫ ਉਹਨੇ ਸਾਰੀ ਫੌਜ ਨੂੰ ਲੜਾਈ ਦੀ ਸੂਰਤ ਦੇ ਵਿੱਚ ਬਦਲ ਕੇ ਇੱਕ ਵਾਰੀ ਹਮਲਾ ਕਰਨ ਦਾ ਹੁਕਮ ਦਿੱਤਾ, ਜਿਸ ਤੋਂ ਅੰਗਰੇਜ਼ੀ ਤੋਪਾਂ ਨੇ ਸਿੱਖਾਂ ਤੇ ਮੀਂਹ ਦੀ ਤਰ੍ਹਾਂ ਹੁਣ ਗੋਲੇ ਭਰਾਉਣੇ ਸ਼ੁਰੂ ਕਰਤੇ। ਇਹ ਦਸ਼ਾ ਵੇਖ ਕੇ ਸਿੱਖਾਂ ਨੇ ਵੀ ਆਪਣੀਆਂ ਤੋਪਾਂ ਤੋਂ ਐਸੀ ਬਹਾਦਰੀ ਨਾਲ ਕੰਮ ਲਿਆ ਕਿ ਅੰਗਰੇਜ਼ਾਂ ਦੀ ਹੋਸ਼ ਗੁੰਮ ਹੋ ਗਈ। ਸਿੱਖਾਂ ਦਾ ਕੋਈ ਨਿਸ਼ਾਨਾ ਖਾਲੀ ਨਾ ਗਿਆ, ਇੱਥੋਂ ਤੱਕ ਕਿ ਜਮਾਂਦਾਰ ਪ੍ਰਿਥੀ ਸਿੰਘ ਰਾਹ ਵਿੱਚ ਆਬੀ ਗੋਲਾ ਮਾਰ ਕੇ ਪਿੱਛੇ ਮੁੜਿਆ ਆਇਆ ਸੀ, ਜਿਹਨੂੰ ਵੇਖ ਕੇ ਅੰਗਰੇਜ਼ ਮੂੰਹ 'ਚ ਉਂਗਲੀਆਂ ਪਾ ਕੇ ਰਹਿ ਗਏ। ਉਹਨਾਂ ਦੀ ਅੱਖਾਂ ਦੇ ਸਾਹਮਣੇ ਹਨੇਰ ਘੁੱਪ ਘੇਰ ਹੋ ਗਿਆ। ਲੜਦੇ ਹੋਏ 3 ਘੰਟੇ ਰਾਤ ਗੁਜ਼ਰ ਗਈ। ਅੰਗਰੇਜ਼ਾਂ ਦੀਆਂ ਥੋੜੀਆਂ ਤੋਪਾਂ ਹੀ ਤਖਤਾਂ ਤੇ ਰਹੀਆਂ, ਬਾਕੀ ਸਾਰੀਆਂ ਸਿੱਖਾਂ ਨੇ ਚੂਰ ਕਰ ਦਿੱਤੀਆਂ। ਐਸੇ ਹਾਲ ਕਿ ਅੰਤ ਨੂੰ ਤੰਗ ਪੈ ਕੇ ਲਾਰਡ ਗੱਫ ਨੇ ਫੌਜ ਨੂੰ ਹੁਣ ਅੱਗੇ ਵਧਣ ਦਾ ਹੁਕਮ ਦਿੱਤਾ। ਤਦ ਬ੍ਰਿਗੇਡੀਅਰ ਜਨਰਲ ਕੌਂਸਲ ਜਾਂ ਕੌਨਸ ਤੇ ਇੱਕ ਅਫਸਰ ਸੀ ਕੈਮਲ ਸਾਹਿਬ। ਇਹਦੀ ਪੈਦਲ ਫੌਜ 2 ਥਾਂ ਤੇ ਹੋ ਕੇ, ਇੱਕ ਹਿੱਸਾ ਕੈਮਲ ਸਾਹਿਬ ਨੇ, ਦੂਜਾ ਪੇਨੀ ਕੋਇਕ ਇੱਕ ਅਫਸਰ ਸੀ, ਉਹਦੇ ਹੁਕਮ ਤੇ ਰਸਾਲਾ ਟਾਲਟਰ ਸਾਹਿਬ ਤੇ ਗਲੋਰਟ, ਇਹ ਅੰਗਰੇਜ਼ ਅਫਸਰਾਂ ਦੇ ਨਾਂ ਹੈ। ਹੁਣ ਇਹ 3 ਅੰਗਰੇਜ਼ ਅਫਸਰ ਜਿਨ੍ਹਾਂ ਨੇ ਕਿਸੇ ਸਮੇਂ ਚੀਨ ਤੇ ਫਤਿਹ ਕੀਤੀ ਸੀ, ਆਪਣੀ ਆਪਣੀ ਫੌਜ ਲੈ ਕੇ ਹੁਣ ਅੱਗੇ ਨੂੰ ਵਧੇ ਹੈ। ਤੇ ਇਹ ਲਾਰਡ ਸਾਹਿਬ ਦੇ ਹੁਕਮ ਨਾਲ ਇੱਕ ਹਾਥੀਆਂ ਵਾਲੀ ਬਾਤਰੀ ਨੇ ਵੀ ਅੱਗੇ ਵੱਧ ਕੇ ਇਹਨਾਂ ਤੋਂ ਕੰਮ ਲੈਣਾ ਸ਼ੁਰੂ ਕੀਤਾ। ਫਿਰ ਤੇ ਅੰਗਰੇਜ਼ਾਂ ਨੇ ਇਸ ਤਰ੍ਹਾਂ ਦਾ ਘੋਰ ਸੰਗਰਾਮ ਕੀਤਾ ਕਿ ਗੋਰਿਆਂ ਨੇ ਮਤਵਾਲੇ ਹੋ ਕੇ ਸਿੱਖਾਂ ਦੀਆਂ ਤੋਪਾਂ ਦੇ ਵਿੱਚ ਕਿੱਲ ਠੋਕੇ, ਪਰ ਸਿੱਖ ਦਵੇ ਨਾ। ਕਿੱਲ ਠੋਕਣ ਵਾਲੇ ਸਵਾਰਾਂ ਨੂੰ ਤਲਵਾਰ ਦੀ ਧਾਰ ਨਾਲ ਸਵਾ ਕੇ ਤੋਪਾਂ ਵਿੱਚੋਂ ਕਿੱਲ ਕੱਢ ਕੇ ਫਿਰ ਉਹਨਾਂ ਨਾਲ ਗੋਲੇਬਾਰੀ ਸ਼ੁਰੂ ਕਰਤੀ। ਇਸ ਲੜਾਈ ਵਿੱਚ ਅੰਗਰੇਜ਼ ਅਫਸਰ ਕੈਮਲ ਸਾਹਿਬ ਫੱਟੜ ਹੋ ਗਿਆ, ਪਰ ਉਹਨਾਂ ਦੀ ਫੌਜ ਨੇ ਇਸ ਬਹਾਦਰੀ ਨਾਲ ਲੜਾਈ ਕੀਤੀ। ਜਿਹੜੀਆਂ 6 ਤੋਪਾਂ ਅੰਗਰੇਜ਼ਾਂ ਦੀਆਂ ਸਿੱਖਾਂ ਨੇ ਖੋਹੀਆਂ ਸੀ, ਉਹਦੇ ਵਿੱਚੋਂ 2 ਤੋਪਾਂ ਇਹਨਾਂ ਨੇ ਵਾਪਸ ਲਿਆਂਦੀਆਂ। ਸਿੱਖਾਂ ਦੀ ਬਹਾਦਰੀ ਦਾ ਨਮੂਨਾ ਥੇਕਵਲ ਸਾਹਿਬ ਨੇ ਇਉਂ ਲਿਖਿਆ ਕਿ ਇੱਕ ਸਿੱਖ ਨੇ ਕੈਮਲ ਸਾਹਿਬ ਤੇ ਤਲਵਾਰ ਚਲਾਈ, ਇੱਕ ਗੋਰੇ ਨੇ ਫੁਰਤੀ ਨਾਲ ਆਪਣੀ ਕਿਰਚ ਅੱਗੇ ਕਰਤੀ। ਸੋ ਸਿੱਖ ਦੀ ਤਲਵਾਰ ਕਿਰਚ ਨੂੰ ਕੱਟਦੀ ਤੇ ਕੈਮਲ ਸਾਹਿਬ ਦੇ ਮੋਢੇ ਤੋਂ ਲੋਹੇ ਦਾ ਜਾਲ ਦੂਰੀ ਚਮੜੇ ਦੀ ਦੀਵਾਲ ਪੇਟੀ ਸੀ। ਸਾਰਿਆਂ ਨੂੰ ਵਰਦੀ ਸਮੇਤ ਕੱਟ ਦੀ ਹੱਡੀਆਂ ਦੇ ਮਾਸ ਵਿੱਚ ਦੀ ਹੁੰਦੀ ਹੋਈ ਹੇਠਾਂ ਉਤਰ ਗਈ, ਜੀ ਤੋਂ ਉਸ ਕੈਮਲ ਸਾਹਿਬ ਅਫਸਰ ਦੇ 2 ਟੁਕੜੇ ਹੋ ਕੇ ਉਹ ਧਰਤੀ ਤੇ ਡਿੱਗ ਪਿਆ। ਵੇਖਣ ਵਾਲੇ ਅੰਗਰੇਜ਼ ਇਸ ਸਿੱਖ ਦੀ ਦਲੇਰੀ, ਨਿਡਰਤਾ ਤੇ ਬਹਾਦਰੀ ਵੇਖ ਕੇ ਇਹ 6 ਅੰਗਰੇਜ਼ਾਂ ਨੂੰ ਵੱਢ ਕੇ ਵਾਪਸ ਚਲਿਆ ਗਿਆ। ਉਹ ਦੰਗ ਰਹਿ ਗਏ ਕੈਮਲ ਸਾਹਿਬ ਦੇ ਡਿੱਗਣ ਤੇ ਅੰਗਰੇਜ਼ੀ ਫੌਜ ਬੇਦਿਲ ਹੋ ਕੇ ਭੱਜਣ ਨੂੰ ਤਿਆਰ ਹੀ ਸੀ ਕਿ ਉਦੋਂ ਨੂੰ ਮੇਜਰ ਕੋਬਰਿਕ ਉਹ ਝੱਟ ਬਹੁਤ ਸਾਰੀ ਫੌਜ ਲੈ ਕੇ ਇਹਨਾਂ ਦੀ ਮਦਦ ਤੇ ਆ ਪਹੁੰਚਿਆ। ਬੜੀ ਤੇਜ਼ੀ ਤੇ ਬਹਾਦਰੀ ਨਾਲ ਅੱਗ ਵਸਾਉਂਦਾ ਹੋਇਆ ਸਿੱਖਾਂ ਤੇ ਜਾ ਪਿਆ, ਜਿਹਨੇ ਇੱਕ ਵਾਰ ਉਹ ਸਮਾਂ ਵਿਖਾਤਾ
ਕਿ ਇਹ ਸਿੱਖ ਵਾਹਿਗੁਰੂ ਵਾਹਿਗੁਰੂ ਕਹਿ ਉੱਠੇ, ਪਿੱਠ ਵਿਖਾਣ ਨੂੰ ਤਿਆਰ ਹੋ ਗਏ। ਪਰ ਇੰਨੇ ਨੂੰ ਰਾਜਾ ਸ਼ੇਰ ਸਿੰਘ ਆ ਪਹੁੰਚਿਆ। ਉਹਨੇ ਤਲਵਾਰ ਨਾਲ ਹਮਲਾ ਕਰਨ ਦਾ ਹੁਕਮ ਦਿੱਤਾ, ਜਿੱਤੋਂ ਫਿਰ ਸਿੱਖ ਤਲਵਾਰਾਂ ਧੂ ਕੇ ਜਾ ਪਏ। ਅੰਗਰੇਜ਼ੀ ਫੌਜ ਟਾਕਰਾ ਨਾ ਕਰ ਸਕਣ ਕਰਕੇ ਫਿਰ ਅੱਗੇ ਭੱਜ ਪਈ। ਕੋਇਕ ਸਾਹਿਬ ਦਾ ਤਦ ਵੀ ਬਚਾਓ ਨਾ ਹੋਇਆ, ਕਿਉਂਕਿ ਭੱਜਦੇ ਹੋਏ ਗੋਰਿਆਂ ਦਾ ਪਿੱਛਾ ਕਰਕੇ ਸਿੱਖਾਂ ਨੇ ਜ਼ਮੀਨ ਨੂੰ ਖੂਨ ਦੇ ਨਾਲ ਰੰਗਤਾ। ਜਿੱਥੇ ਦੇਸ਼ ਵਾਸੀ ਭਰਾਵਾਂ ਦੇ ਖੂਨ ਵਿੱਚ ਕੈਮਲ ਸਾਹਿਬ ਵਰਗਾ ਅੰਗਰੇਜ਼ ਅਫਸਰ ਲੇਟਿਆ ਹੋਇਆ, ਪੰਨੀ ਕੋਇਕ ਸਾਹਿਬ ਵੀ ਐਸਾ ਲੇਟਿਆ ਕਿ ਫਿਰ ਉਹ ਨਹੀਂ ਉੱਠਿਆ। ਕੈਮਲ ਸਾਹਿਬ ਦੀ ਫੌਜ ਨੇ 2 ਤੋਪਾਂ ਲੈ ਜਾਣ ਕਰਕੇ ਜਿਹੜੀ ਬਹਾਦਰੀ ਵਿਖਾਈ ਸੀ, ਕੋਇਕ ਸਾਹਿਬ ਦੇ ਭੱਜਣ ਨੇ ਉੱਥੇ ਬਹਾਦਰੀ ਨੂੰ ਕਲੰਕ ਦਾ ਟਿੱਕਾ ਲਾਤਾ। ਸਿੱਖ ਇਹ ਤੋਪਾਂ ਫੇਰ ਵਾਪਸ ਲੈ ਆਏ। ਕੈਮਲ ਤੇ ਕੋਇਕ ਸਾਹਿਬ ਤੇ ਹਮਲਾ ਕਰਨ ਸਮੇਂ ਸਰ ਜਾਨ ਗਿਲਬਰਟ ਸਾਹਿਬ, ਇਹ ਅੰਗਰੇਜ਼ ਅਫਸਰਾਂ ਦੇ ਨਾਂ ਹੈ, ਇਹਦੀ ਫੌਜ ਪੈਦਲ ਫੌਜ ਸੀ। 2 ਹਿੱਸੇ ਹੋ ਕੇ ਸਿੱਖਾਂ ਦੇ ਮੋਰਚਿਆਂ ਤੇ ਹਮਲਾ ਕੀਤਾ। ਇੱਕ ਹਿੱਸਾ ਬ੍ਰਿਗੇਡੀਅਰ ਗੌਡਵੀ ਸਾਹਿਬ ਤੇ ਇੱਕ ਹੋਰ ਅੰਗਰੇਜ਼ ਅਫਸਰ ਦੇ ਨਾਲ ਸੀ। ਜਿਹੜਾ ਗੌਡਵੀ ਸਾਹਿਬ ਸੀ, ਕਿਉਂਕਿ ਜਿਹੜੇ ਅੰਗਰੇਜ਼ ਅਫਸਰ ਸੀ ਇਹ ਸਾਹਬ ਲਾਉਂਦੇ ਸਨ ਆਪਦੇ ਨਾਲ। ਫੌਜ ਵਿੱਚ ਅੰਗਰੇਜ਼ਾਂ ਨੇ ਸਾਹਬ ਸ਼ਬਦ ਦਾ ਜਿਹੜੀ ਆ ਨਾ ਇਹ ਜਿਹੜੀ ਪ੍ਰਕਿਰਿਆ ਸ਼ੁਰੂ ਕੀਤੀ ਆ। ਉਦੋਂ ਪਹਿਲਾਂ ਜਿਹੜੇ ਸਰਦਾਰ ਲੱਗਦੇ ਸੀ ਜਾਂ ਹੋਰ ਇਸ ਤਰ੍ਹਾਂ ਦੇ ਸ਼ਬਦ ਵਰਤੇ ਜਾਂਦੇ ਸੀ। ਸਾਹਬ ਸ਼ਬਦ ਜਿਹੜਾ ਹੈ ਇਹ ਜ਼ਿਆਦਾਤਰ ਅੰਗਰੇਜ਼ਾਂ ਨੇ ਫਿਰ ਫੌਜ ਦੇ ਵਿੱਚ ਪ੍ਰਚਲਿਤ ਕੀਤਾ। ਜਿਹੜਾ ਗੋਡਵੀ ਸਾਹਿਬ ਹੈ ਉਹਦੇ ਹਮਲੇ ਦੀ ਤਾਬ ਨਾ ਲਿਆ ਕੇ ਸਿੱਖ ਅੱਗੇ ਨੱਸ ਤਾਂ ਗਏ, ਪਰ ਅੰਗਰੇਜ਼ੀ ਫੌਜ ਨੇ ਪਿੱਛਾ ਨਾ ਕੀਤਾ। ਆਪਣੇ ਬੇਸ਼ੁਮਾਰ ਫੱਟੜ ਤੇ ਮਰਨ ਵਾਲੇ ਫੌਜੀਆਂ ਨੂੰ ਇਹ ਸੰਭਾਲਣ ਵਿੱਚ ਲੱਗ ਗਏ। ਇਸ ਤਰ੍ਹਾਂ ਇਹਨਾਂ ਨੂੰ ਰੋਕਿਆ ਵੇਖ ਕੇ ਸਿੱਖ ਇਸ ਜਮਾਂ ਮਰਦੀ ਨਾਲ ਮੁੜ ਆ ਪਏ ਤੇ ਬ੍ਰਿਟਿਸ਼ ਫੌਜ ਨੂੰ ਭੱਜਦਿਆਂ ਫਿਰ ਰਾਹ ਨਾ ਮਿਲਿਆ। ਪਰ ਇਹਨਾਂ ਸੱਥਰਾਂ ਤੇ ਸੱਥਰ ਹੋ ਕੇ ਧਰਤੀ ਤੇ ਲੇਟ ਜਾਣ ਮਗਰੋਂ ਕਪਤਾਨ ਡੇਨ ਸਾਹਿਬ ਫੌਜਾਂ ਤੋਪਾਂ ਫੌਜ ਇਹ ਲੈ ਕੇ ਸਹਾਇਤਾ ਵਾਸਤੇ ਆ ਪਹੁੰਚਿਆ। ਇਹਨੇ ਵੀ ਬਹੁਤ ਗੋਲਾਬਾਰੀ ਕੀਤੀ, ਜਿਹਨੂੰ ਨਾ ਸਹਾਰ ਸਕਣ ਦੇ ਕਾਰਨ ਫਿਰ ਸਿੱਖਾਂ ਨੂੰ ਵੀ ਹਰਨ ਹੋਣਾ ਪਿਆ। ਸਿੱਖਾਂ ਦੀਆਂ 3 ਤੋਪਾਂ ਇਹਨਾਂ ਨੇ ਤੇ 5 ਤੋਪਾਂ ਕਪਤਾਨ ਡੇਨ ਦੀ ਮਦਦ ਨਾਲ, ਇੱਕ ਅਫਸਰ ਸੀ ਫਾਂਡ ਸਾਹਿਬ ਉਹਦੀ ਫੌਜ ਨੇ, ਤੇ 5 ਤੋਪਾਂ ਗਿਲਬਰਟ ਸਾਹਿਬ ਦੀ ਫੌਜ ਨੇ ਖੋਲੀਆਂ। ਪਰ ਇਹਨਾਂ 3 ਹਿੱਸਿਆਂ ਦੀ ਇਹ ਬਹਾਦਰੀ ਥੋੜੇ ਚਿਰ ਵਿੱਚ ਹੀ ਮਿੱਟੀ ਵਿੱਚ ਮਿਲ ਗਈ, ਕਿਉਂਕਿ ਉਸ ਵੇਲੇ ਅੰਗਰੇਜ਼ੀ ਫੌਜ ਕਮਜ਼ੋਰ ਤੇ ਹੈਰਾਨੀ ਦੀ ਦਸ਼ਾ ਵਿੱਚ ਸੀ। ਅਜੇ ਸਿੱਖਾਂ ਦੀਆਂ ਤੋਪਾਂ ਥੋੜੀ ਦੂਰ ਤੱਕ ਹੀ ਗੋਰਿਆਂ ਨੇ ਧੂਈਆਂ ਸੀ। ਇਹਨੇ ਨੂੰ ਸਰਦਾਰ ਰਾਮ ਸਿੰਘ ਸਿੱਖਾਂ ਦੀ ਫੌਜ ਦਾ ਇੱਕ ਦਸਤਾ ਲੈ ਕੇ ਜਾ ਪਿਆ। ਅੰਗਰੇਜ਼ੀ ਫੌਜ ਟਾਕਰੇ ਦੀ ਹਿੰਮਤ ਨਾ ਕਰਕੇ ਫਿਰ ਤੋਪਾਂ ਛੱਡ ਕੇ ਭੱਜ ਗਈ। ਸਿੱਖ ਆਪਣੀਆਂ ਤੋਪਾਂ ਬੜੀ ਸੌਖਿਆਂ ਘਸੀਟ ਲਿਆਏ। ਹੱਲਾ ਕਰਕੇ ਸਾਰਾ ਖਾਲਸਾ ਜਾ ਪਿਆ। ਇੰਨੀ ਜ਼ੋਰ ਦੀ ਅੱਗ ਵਸਾਈ ਕਿ ਅੰਗਰੇਜ਼ੀ ਫੌਜ ਦੇ ਸੱਥਰਾਂ ਦੇ ਸੱਥਰ ਲਾਹਤੇ। ਜਿਸ ਤਰ੍ਹਾਂ ਮਹਾਰਾਜ ਨੂੰ ਝੰਗ ਦੀ ਲੜਾਈ ਵਿੱਚ ਮਰਹੱਟਿਆਂ ਨੇ ਪਿੱਛੇ ਹਟ ਕੇ ਫਿਰ ਲੜਾਈ ਦੇ ਹੱਥ ਵਿਖਾਏ ਮਹਾਰਾਜੇ ਨੂੰ, ਇਸ ਤਰ੍ਹਾਂ ਸਿੱਖਾਂ ਦੇ ਅੱਗੇ ਫਵਾਂਟ ਸਾਹਿਬ ਦੀ ਫੌਜ ਭੱਜ ਤੁਰੀ, ਜਿਨ੍ਹਾਂ 4 ਮੋਰਚਿਆਂ ਤੇ ਹਮਲਾ ਕਰਕੇ ਅੰਗਰੇਜ਼ੀ ਫੌਜ ਨੇ ਸਿੱਖਾਂ ਨੂੰ 2 ਮੋਰਚਿਆਂ ਦੇ ਨੁਕਸਾਨ ਪਹੁੰਚਾਇਆ ਸੀ। ਉਹ ਤੋਂ ਚੌਣਾ ਨੁਕਸਾਨ ਹੁਣ ਸਿੱਖਾਂ ਨੇ ਹੋਰ ਮੋਰਚਿਆਂ ਤੇ ਹੱਲਾ ਕਰਕੇ ਇਹਨਾਂ ਨੂੰ ਜਿਹੜਾ ਹੈ ਉਹ ਪੜਾਤਾ। ਹੁਣ ਪੈਦਲ ਫੌਜ ਦੇ ਬਦਲੇ ਅਸਵਾਰ ਫੌਜ ਤੋਂ ਅੰਗਰੇਜ਼ਾਂ ਨੇ ਕੰਮ ਲੈਣਾ ਚਾਹਿਆ। ਜਨਰਲ ਜੋਸਫ ਤੇ ਥੇਕਵਲ ਸਾਹਿਬ ਦਾ ਹੁਕਮ ਸੁਣਦਿਆਂ ਹੀ ਅੰਗਰੇਜ਼ੀ ਫੌਜ ਸਿੱਖਾਂ ਦੇ ਜਾ ਪਈ। ਜੰਗੀ ਲਾਟ ਕਰਨੈਲ ਜੁਆਇੰਟ ਸਾਹਿਬ ਉਹਨੇ ਹੁਕਮ ਸੁਣਦਿਆਂ ਹੀ 2 ਪਲਟਣਾ ਤੋਪਖਾਨੇ ਦੇ ਸਮੇਤ ਸਰਦਾਰ ਸ਼ੇਰ ਸਿੰਘ ਵਾਲੀ ਫੌਜ ਦੇ ਹਿੱਸੇ ਤੇ ਹੱਲਾ ਕੀਤਾ, ਜਿਹਦੇ ਵਿੱਚੋਂ ਇੱਕ ਪਲਟਣ ਨੇ ਆਉਂਦਿਆਂ ਹੀ ਸਿੱਖਾਂ ਤੇ ਆਇਆ, ਜਾਂ ਉਹ ਪਲਟਣ ਨੂੰ ਸਿੱਖਾਂ ਨੇ ਆਉਂਦਿਆਂ ਹੀ ਚੰਗੀ ਤਰ੍ਹਾਂ ਘਬਰਾ ਕੇ ਭਜਾਇਆ। ਜਵਾਂਟ ਸਾਹਿਬ ਨੇ ਦੂਜੀ ਫੌਜ ਲੈ ਕੇ ਸਿੱਖਾਂ ਦਾ ਕਿਲ੍ਹਾ ਤੋੜਨ ਵਾਸਤੇ ਐਸੀ ਸਖਤ ਲੜਾਈ ਕੀਤੀ ਕਿ ਵੇਖਣ ਵਾਲੇ ਦੰਗ ਰਹਿ ਗਏ। ਪਰ ਇਸ ਅੰਗਰੇਜ਼ ਦੇ ਮਾਰੇ ਜਾਣ ਦੇ ਕਾਰਨ ਫਿਰ ਸਿੱਖਾਂ ਦੇ ਪੈਰ ਜੰਮੇ ਰਹੇ। ਥੇਕਵਲ ਸਾਹਿਬ ਲਿਖਦਾ ਹੈ
ਕਿ ਜਦੋਂ ਜਵਾਨ ਸਾਹਿਬ ਡਿੱਗਿਆ ਮੈਨੂੰ ਯਕੀਨ ਹੋ ਗਿਆ ਕਿ ਮੇਰੀ ਫੌਜ ਦਾ ਇੱਕ ਵੀ ਸਿਪਾਹੀ ਹੁਣ ਜਿਉਂਦਾ ਨਹੀਂ ਬਚੂਗਾ। ਪਰ ਇੰਨੇ ਵਿੱਚ ਹੀ ਇੱਕ ਹੋਰ ਅਫਸਰ ਪੋਪ ਸਾਹਿਬ, ਉਹ 4 ਰਜਿਮੈਂਟਾਂ ਲੈ ਕੇ, ਜਿਨ੍ਹਾਂ ਵਿੱਚ ਭਾਲਿਆਂ ਵਾਲੀ ਫੌਜ ਵੀ ਸੀ, ਮਦਦ ਵਾਸਤੇ ਆ ਪਹੁੰਚਿਆ। ਇਉਂ ਸਿੱਖਾਂ ਨੇ ਇਹਨਾਂ ਸਾਰੀਆਂ ਫੌਜਾਂ ਦਾ ਟਾਕਰਾ ਬੜੀ ਹਿੰਮਤ ਨਾਲ ਕੀਤਾ। ਜਦੋਂ ਭਾਲਿਆਂ ਵਾਲੀ ਰਜਿਮੈਂਟ ਭਾਲਿਆਂ ਨਾਲ ਸਿੱਖਾਂ ਨੂੰ ਉਡਾਉਣ ਲਈ, ਤਦ ਇਹ ਢਾਲਾਂ ਤੇ ਭਾਲਿਆਂ ਦੇ ਵਾਰ ਸਹਾਰ ਕੇ ਤਲਵਾਰਾਂ ਦੇ ਨਾਲ ਘੋੜਿਆਂ ਨੂੰ ਕੱਟਣ ਲੱਗੇ। ਢਾਲਾਂ ਨਾਲ ਟੱਕਰ ਖਾ ਕੇ ਤਲਵਾਰਾਂ ਦੀਆਂ ਚੋਟਾਂ ਨਾਲ ਜਿਹੜੇ ਭਾਲੇ ਸੀ ਟੁਕੜੇ ਟੁਕੜੇ ਹੋਣ ਲੱਗੇ। ਥੇਕਵਲ ਸਾਹਿਬ ਦੀ ਇੱਕ ਲਿਖਤ ਹੈ, ਜੀ ਤੋਂ ਇਹ ਪਤਾ ਲੱਗਦਾ ਕਿ ਉਸ ਵੇਲੇ ਜਦ ਕਿ ਇੱਕ ਇੱਕ ਸਿੱਖ ਸਿਪਾਹੀ 3-3 4-4 ਗੋਰਾ ਸਿਪਾਹੀਆਂ ਨੂੰ ਮੈਦਾਨੇ ਜੰਗ ਵਿੱਚ ਲਟਾਉਂਦਾ ਬਿਜਲੀ ਵਾਂਗੂ ਅੰਗਰੇਜ਼ੀ ਫੌਜ ਵਿੱਚ ਧੱਸ ਕੇ ਮੁਕਾਣ ਲੱਗਿਆ, ਤਾਂ ਜਿਹੜਾ ਅੰਗਰੇਜ਼ ਅਫਸਰ ਪੋਪ ਸਾਹਿਬ ਸੀ ਉਹ ਵੀ ਮਾਰਿਆ ਗਿਆ। ਤਦ ਇਸ ਜੰਗ ਦੇ ਜ਼ੋਰ ਨੂੰ ਵੇਖ ਕੇ ਫੌਜ ਫਿਰ ਭੱਜਣ ਨੂੰ ਤਿਆਰ ਹੋਈ। ਜਦ ਸਿੱਖਾਂ ਨੇ ਇੰਨਾ ਜ਼ੋਰ ਦਿੱਤਾ ਤਾਂ ਫੱਟੜਾਂ ਨੂੰ ਉਠਾਉਣ ਵਾਲੇ ਕਹਾਰ ਵੀ ਪੈਰਾਂ ਦੇ ਹੇਠ ਦੱਬੇ ਜਾਣ ਲੱਗੇ ਤੇ ਤੋਪਾਂ ਦੀ ਮਦਦ ਨਾ ਪਹੁੰਚੀ। ਮੇਜਰ ਕਰਨੈਲ ਕਰਸਟੀ ਸਾਹਿਬ ਨੇ ਆਪਣੀ ਫੌਜ ਨੂੰ ਪਿੱਛੇ ਲੈ ਜਾਣਾ ਚਾਹਿਆ, ਪਰ ਉਹ ਵੀ ਗੋਲ ਅੰਦਾਜ਼ਾਂ ਦੇ ਨਾਲ ਉੱਥੇ ਹੀ ਸੌਂ ਗਿਆ। ਇਹਨਾਂ ਦੀ ਸਹਾਇਤਾ ਲਈ ਇੱਕ ਗੋਰਾ ਪਲਟਨ ਸੰਗੀਨਾ ਚੜ੍ਹਾ ਕੇ ਅੱਗੇ ਕੀਤੀ, ਪਰ ਉਹ ਵੀ ਸੰਗੀਨਾ ਹੱਥ ਵਿੱਚ ਲੈ ਕੇ ਧਰਤੀ ਤੇ ਲੇਟਣ ਲੱਗੀ। ਫਿਰ ਬੜਾ ਕੇ ਚੰਗੀ ਤਰ੍ਹਾਂ ਪਿੱਛੇ ਨੂੰ ਭੱਜੇ ਜੀ, ਤੇ 2 ਤੋਪਾਂ ਉਸ ਸਮੇਂ ਸਿੱਖਾਂ ਦੇ ਹੱਥ ਵਿੱਚ ਆਈਆਂ। ਐਸੇ ਜਿਹੜੇ ਹਾਲਾਤ ਬਣੇ ਤੇ ਕਿਵੇਂ ਫਿਰ ਇਹਦੇ ਵਿੱਚ ਸਿੱਖਾਂ ਨਾਲ ਕੀ ਕੁਛ ਹੁੰਦਾ, ਕਿਉਂਕਿ ਇਹ ਰਾਮਨਗਰ ਇਤਿਆਦਿਕ ਇਹਨਾਂ ਜੰਗਾਂ ਦੇ ਵਿੱਚ ਸਿੱਖਾਂ ਦਾ ਚੰਗਾ ਬੋਲਬਾਲਾ ਰਿਹਾ। ਪਰ ਫਿਰ ਐਸੇ ਧੋਖੇ, ਇਹੋ ਜਿਹੀਆਂ ਗੱਲਾਂ ਹੋਈਆਂ ਕਿ ਕਿਵੇਂ ਮਹਾਰਾਜੇ ਦਲੀਪ ਸਿੰਘ ਨਾਲ ਹੋਇਆ, ਕੀ ਕੁਛ ਹੋਇਆ ਮਹਾਰਾਣੀ ਜਿੰਦ ਕੌਰ ਨਾਲ। ਇਹ ਮਹਾਰਾਜੇ ਰਣਜੀਤ ਸਿੰਘ ਦਾ ਜਿਹੜਾ ਪਰਿਵਾਰ ਦਾ ਇਤਿਹਾਸ ਹੈ, ਇਹ ਰਾਜ ਖਾਲਸੇ ਦਾ ਪਹਿਲਾ ਹਿੱਸਾ। ਕੱਲ ਨੂੰ ਇਹਦੀ ਸਮਾਪਤੀ ਹੋਵੇਗੀ, ਫਿਰ ਰਾਜ ਖਾਲਸੇ ਦੇ ਦੂਜੇ ਹਿੱਸੇ ਦਾ ਪ੍ਰਸੰਗ ਚੱਲੂ ਤੇ ਇਹ ਕੱਲ ਆਵੇਗਾ। ਕੀ ਹਾਲਾਤ ਬਣੇ ਮਹਾਰਾਣੀ ਜਿੰਦ ਕੌਰ ਤੇ ਮਹਾਰਾਜੇ ਦਲੀਪ ਸਿੰਘ ਨਾਲ। ਆਓ ਹੁਣ ਲਗਭਗ ਟਾਈਮ ਸਮਾਪਤੀ ਦਾ ਹੈ। ਭੁੱਲ ਚੁੱਕ ਦੀ ਖਿਮਾ ਸਰਬੱਤ ਮਾਈ ਭਾਈ। ਉਚਾਰਨ ਕਰੋ ਜੀ ਵਾਹਿਗੁਰੂ ਨਾਮ ਜਹਾਜ ਹੈ, ਚੜੇ ਸੋ ਉਤਰੇ ਪਾਰ। ਜੋ ਸ਼ਰਧਾ ਕਰ ਸੇਵੰਦੇ, ਗੁਰ ਪਾਰ ਉਤਾਰਨ ਹਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।